ਦੇ ਵਿੱਚ। ਜਦੋਂ ਇੱਕ ਬੰਦੇ ਨੇ ਨਬੂਵਤ ਦਾ ਦਾਅਵਾ ਕਰ ਦਿੱਤਾ, ਪਹਿਲੇ ਉਹ ਭਾਵੇਂ ਹਾਜੀ ਸਨਾਉਲਾ ਕਿਉਂ ਨਹੀਂ ਸੀ, ਉਹ ਗੱਲ ਤੇ ਉੱਥੋਂ ਬਦਲੀ ਆ। ਜੇ ਪਹਿਲੇ ਉਹ ਕਾਫਰ ਸੀ ਤਾਂ ਪਹਿਲੇ ਵੀ ਕਾਫਰ ਸੀ ਤੇ ਬਾਅਦ ਚ ਵੀ ਕਾਫਰ ਰਿਹਾ, ਤੇ ਜੇ ਪਹਿਲੇ ਉਹ ਮੁਸਲਮਾਨਾਂ ਵਾਲੇ ਅਕੀਦੇ ਸੀਗਾ ਤੇ ਬਾਅਦ ਚ ਮੁਰਤਦ ਹੋ ਗਿਆ ਤੇ ਫਿਰ ਵੀ ਉਹ ਐਂਡ ਵੇਖਣਾ ਤੇ ਐਂਡ ਆਣਾ ਵੀ ਐਂਡ ਕੀ ਹੋਇਆ। ਨਹੀਂ, ਇਹਦੇ ਤੋਂ ਮੈਂ ਕਹਿਣਾ ਕਿ ਫਾਇਦਾ ਉਹਨਾਂ ਨੂੰ ਤੇ ਨੁਕਸਾਨ ਇਹਨਾਂ ਕੀ ਪਹੁੰਚਾਣਾ ਹੈ, ਇਹ ਸਾਨੂੰ ਨੁਕਸਾਨ ਪਹੁੰਚਾ ਰਹੇ ਨੇ ਨਾ। ਉਹਨਾਂ ਨੂੰ ਤੇ ਮਿਰਜ਼ੇ ਨੂੰ ਤੇ ਨੁਕਸਾਨ ਇਹਦੇ ਨਾਲ ਪਹੁੰਚਦਾ ਨਹੀਂ ਹੈ। ਬਾਲਮਿਕ ਹੋਵੇ ਤਾਂ ਹੁਣ ਵੀ ਤੋਂ ਬਾਲਮਿਕ ਚੂੜੇ ਹੀ ਨੇ ਨਾ। ਇਹਨਾਂ ਨੁਕਸਾਨ ਸਾਡੇ ਉਲਮਾ ਨੂੰ ਤੇ ਇਸਲਾਮ ਨੂੰ ਪਹੁੰਚਾਉਂਦੇ ਨੇ। ਪਈ ਇਹ ਗੱਲ ਆ ਕੇ ਬਈ ਇਹ ਜਿਨ੍ਹਾਂ ਨੇ ਉਹਦੇ ਤੋਂ ਕੁਫਰ ਦਾ ਫਤਵਾ ਦਿੱਤਾ ਹੈ ਨਾ, ਇਹਨਾਂ ਨੂੰ ਪਤਾ ਹੀ ਨਹੀਂ ਲੱਗਾ ਉਹ ਤੇ ਪਦੈਸ਼ੀ ਕਾਫਰ ਸੀ, ਉਹ ਤੇ ਪਦੈਸ਼ੀ ਬਾਲਮਿਕ ਸੀ। ਅੱਛਾ ਜੀ ਹਾਂ ਸ਼ਾਹ ਸਾਹਿਬ, ਤੁਸੀਂ ਕੱਲ ਮੁਫਤੀ ਸਾਹਿਬ ਹਵਾਲਾ ਦੇ ਗਏ ਹੋ ਬਈ ਉਹਦੇ ਤੋਂ ਤੇ ਮਿਰਜ਼ਾ ਕਾਦੀਆਨੀ ਬਾਲਮਿਕ ਸਾਬਕਤ ਹੁੰਦਾ। ਅੱਲਾ ਦੇ ਬੰਦੇ ਕੀ ਹਵਾਲਾ ਦੇ ਗਏ, ਮਾਰ ਛੜਿਆ ਜੇ। ਕਿਹੜਾ ਹਵਾਲਾ? ਇਹ ਜਿਹੜਾ ਖਿਲਾਫਤ ਲਾ ਮਨਾਜ ਨਬੂਵਤ ਦਾ ਨਹੀਂ ਪੜ੍ਹ ਕੇ ਤੁਸੀਂ ਕੱਲ ਸੁਣਾ ਗਏ ਕਿ ਪਰਸੋਂ ਦੀ ਗੱਲ, ਚੂੜੇ ਵਾਲਾ। ਅਸੀਂ ਚੂੜੇ ਸੰਦੇ ਮਿਰਜ਼ਾਈ ਹੋ ਗਏ ਉਹਦੇ ਤੋਂ ਨਤੀਜਾ ਨਿਕਲਿਆ ਜੇ ਵੀ ਇਹ ਮਿਰਜ਼ਾ ਕਾਦੀਆਨੀ ਜਿਹੜਾ ਸੀ ਬਾਲਮਿਕ ਸੀ ਪਦੈਸ਼ ਤੋਂ। ਬਾਲਮਿਕ ਮਤਲਬ ਕੀ ਸਾਬਤ ਕੌਣ ਕਰ ਰਿਹਾ, ਕੀ ਕਰ ਰਿਹਾ? ਕੋਈ ਸਿਆਕੋ ਸਬਾਕ ਸਮਝਾਓ ਨਾ ਮੈਨੂੰ। ਇਹ ਸਲਮਾਨ ਕਿੱਧਰ ਗਏ ਨੇ? ਸਲਮਾਨ ਭਾਈ ਆਓ ਜੀ। ਸਲਮਾਨ ਭਾਈ ਨੂੰ ਮੈਂ ਕਾਲ ਪਾਣਾ ਦੁਬਾਰਾ। ਉਹਨਾਂ ਇਹ ਆਂਦੇ ਨੇ ਕਿ ਮੁਫਤੀ ਸਾਹਿਬ ਨੇ ਕੱਲ ਪਰਸੋਂ ਇੱਥੇ ਹਵਾਲਾ ਪੜ੍ਹ ਕੇ ਸੁਣਾਇਆ ਹੈ। ਇਹਨਾਂ ਹੀ ਸਾਡੇ ਨਾਲ ਆ ਕੇ ਨਾ ਤੇ ਛਿੰਝ ਪਾ ਦਿੱਤੀ, ਕਹਿੰਦੇ ਤੁਹਾਨੂੰ ਪਤਾ ਨਹੀਂ ਲੱਗਾ ਮੁਫਤੀ ਸਾਹਿਬ ਨੇ ਹਵਾਲਾ ਪੜ੍ਹ ਕੇ ਸੁਣਾਇਆ ਤੇ ਉਹਨਾਂ ਦੱਸਿਆ ਵੀ ਮਿਰਜ਼ਾ ਕਾਦੀਆਨੀ ਪਹਿਲੇ ਬਾਲਮਿਕ ਸੀ। ਮੈਂ ਕਿਹਾ ਕਦੋਂ ਮੁਫਤੀ ਸਾਹਿਬ ਇਹ ਗੱਲ ਆਖੀ ਹੈ? ਇਹ ਵੇਖੋ ਉਹਨਾਂ ਨੇ ਆਖੀ, ਫਿਰ ਉਹਨਾਂ ਤੁਹਾਡੀ ਵੀਡੀਓ ਪਲੇ ਕੀਤੀ ਹੈ, ਫਿਰ ਉਸ ਤੁਹਾਡੀ ਵੀਡੀਓ ਸੁਣ ਕੇ ਅੱਛਾ ਖਿਲਾਫਤ ਲਾ ਮਨਾਜ਼ਿਮ ਦੁਆ ਕਿਤਾਬ ਮੈਂ ਮੁਅੱਦਬਾਨਾ ਇਹ ਗੁਜ਼ਾਰਿਸ਼ ਕਰ ਰਿਹਾ ਵਾਂ ਸਾਰਿਆਂ ਨੂੰ, ਭਾਈਆਂ ਨੂੰ, ਵਿੱਚ ਆਮਰ ਨਜ਼ੀਰ ਭਾਈ ਨੂੰ ਵੀ, ਕਿ ਇਹਨਾਂ ਦਾ ਖਹਿੜਾ ਛੱਡ ਦਿਓ। ਉਹ ਭਾਵੇਂ ਬਾਲਮਿਕ ਹੈ ਸੀ ਭਾਵੇਂ ਨਹੀਂ ਹੈ ਸੀ, ਇਹ ਤੁਸੀਂ ਨਾ ਸਮਝਾਓ ਇਹਨਾਂ ਨੂੰ, ਇਹਦਾ ਕੋਈ ਫਾਇਦਾ ਨਹੀਂ ਜੀ ਹੋਣਾ। ਇੱਕ ਇੰਗਲਿਸ਼ ਦੇ ਵਿੱਚ ਤੇ ਨਹੀਂ ਕਹਿੰਦੇ ਚੂੜੇ ਨੂੰ, ਜੋ ਵੀ ਹੈ ਸਰ ਜੀ, ਜੋ ਵੀ ਹੈ। ਮੈਂ ਨਾ ਬਿਲਾ ਵਜ੍ਹਾ ਦੀ ਐਵੇਂ ਪਾਰਟੀ ਬਾਜੀ ਵੇਖੋ, ਉਹ ਵੀ ਮੁਸਲਮਾਨ ਭਾਈ ਨੇ ਸਾਡੇ, ਚਲੋ ਉਹਨਾਂ ਨੂੰ ਜੇ ਸਮਝਾਉਣਾ ਵੇ ਤਾਂ ਇਨਬਾਕਸ ਦੇ ਵਿੱਚ ਕੁਛ ਜੇ ਸਮਝ ਆਉਂਦੀ ਉਹਨਾਂ ਦੀ ਗੱਲ ਤਾਂ ਠੀਕ ਆ, ਨਹੀਂ ਆਉਂਦੀ ਤੇ ਉਹ ਛੱਡ ਦਿਓ। ਐਵੇਂ ਬਿਲਾ ਵਜ੍ਹਾ ਦੀ ਪਾਰਟੀ ਬਾਜੀ ਬਣੇਗੀ ਤੇ ਚਲੋ ਮਿਰਜ਼ੇ ਨੂੰ ਕਹੀ ਜਾਂਦੇ ਨੇ ਜੋ ਵੀ ਕਹੀ ਜਾਂਦੇ ਨੇ, ਇਹਦੇ ਨਾਲ ਕੋਈ ਨੁਕਸਾਨ ਨਹੀਂ ਹੋਣ ਲੱਗਾ। ਮੈਨੂੰ ਸਮਝ ਨਹੀਂ ਆਈ ਕੀ ਹੋਇਆ, ਕੀ ਕੋਈ ਰੋਲਾ ਹੋਇਆ? ਕੋਈ ਮੈਨੂੰ ਸਮਝ ਅਜੇ ਤੱਕ ਨਹੀਂ। ਰੋਲਾ ਕੋਈ ਨਹੀਂ ਹੋਇਆ ਜੀ। ਮਿਰਜ਼ਾ ਕਾਦੀਆਨੀ ਆਖੇ ਜੀ ਪਹਿਲੇ ਬਾਲਮਿਕ ਸੀ। ਬਾਲਮਿਕ ਮਤਲਬ ਉਹ ਲਾ ਲਓ ਜਿਵੇਂ ਕੋਈ ਹਿੰਦੂ ਸ਼ਿੰਦੂਆਂ ਦੀ ਕੋਈ ਲੜੀ ਲੁੜੀ ਉਹਨਾਂ ਦੀ ਹੁੰਦੀ। ਅੱਛਾ ਠੀਕ ਹੋਇਆ, ਉਹ ਤੇ ਚਲੋ ਮਿਰਜ਼ੇ ਦੀ ਗੱਲ ਹੋਈ ਨਾ। ਤੇ ਆਪਣੇ ਮੁੰਡਿਆਂ ਦਾ ਕੀ ਹੋਇਆ? ਇਹ ਸਲਮਾਨ ਸਾਹਿਬ ਨੇ ਜੀ, ਮੁਫਤੀ ਸਾਹਿਬ, ਇਹਨਾਂ ਕੋਲ ਵਾਲਾ ਤੁਹਾਡੀ ਨਾ ਵੀਡੀਓ ਲਾਈ ਹੈ ਕਿ ਬੜੇ ਦਾਅਵੇ ਨਾਲ ਕਿ ਮਿਰਜ਼ਾ ਕਾਦੀਆਨੀ ਤਾਂ ਬਾਲਮਿਕ ਸੀ, ਫਲਾਣ ਸੀ। ਤੇ जी सलमान भाई आ गए ने। सलमान भाई क्या हुआ है? अस्सलामुअलैकुम वरहमतुल्लाह। शाह साहब कुछ नहीं, बस मैंने एक तहकीक के लिए जो है वो आमिर नज़ीर भाई से ये बात की थी कि यार तहकीक कोई नहीं है सलमान भाई, तहकीक घटा कोई तहकीक शकीक नहीं है। एवं तुसीं हुण इत्थे मैं सवेरे इत्थे बह के शोशा छड्ड दिना कि मिर्ज़ा गुलाम कादनी यहूदी सी पहले। दो त्रै मैं ਉਹਦੀ ਕੋਈ ਵਾਰਤਾ ਫੜ ਲੈਣਾ ਵਿੱਚੋਂ, ਕੋਈ ਦੋ त्रै इधर उधर किताबां ਸ਼ਤਾਬਾਂ ਫੜ ਕੇ ਮੈਂ ਲਾ ਜੀ ਮਿਰਜ਼ਾ ਕਾਦੀਆਨੀ ਯਹੂਦੀ, ਇੱਥੇ ਕਰੋ ਜ਼ਰਾ ਰਿਸਰਚ, ਯਹੂਦੀ ਸੀ। ਉਹ ਇੰਜ ਭਾਈ ਜੋ ਮਰਜ਼ੀ ਕੱਢਦੇ ਫਿਰ ਉਹ ਵਿੱਚੋਂ, ਲੇਕਿਨ ਅਸਲ ਇਹ ਵੇਖਣਾ ਵਾ ਕਿ ਮੈਨੂੰ ਵੀ ਤੇ ਸਮਝਣ ਦਿਓ ਕਿ ਗੱਲ ਹੋਈ ਕੀ ਹੈ। ਮੈਨੂੰ ਅਜੇ ਕਸਮੇ ਕੱਖ ਨਹੀਂ ਜੇ ਸਮਝ ਆਈ। ਸਰ ਜੀ ਇਹ ਗੱਲ ਹੋਈ ਆ ਕਿ ਵੀ ਹੁਣ ਮੈਂ ਕਹਿ ਦਵਾਂ ਕਿ ਜੀ ਮਿਰਜ਼ਾ ਕਾਦੀਆਨੀ ਪਹਿਲੇ ਯਹੂਦੀ ਸੀ, ਠੀਕ ਆ? ਨਹੀਂ ਉਹ ਚੂੜੇ ਵਾਲੇ ਵਾਕਿਆ ਤੋਂ ਕੀ ਅਖਜ਼ ਹੋਇਆ, ਕੀ ਕੋਈ ਰੋਲਾ ਹੋਇਆ? ਕੋਈ ਨਹੀਂ ਅਖਜ਼ ਹੁੰਦਾ। ਇਹ ਤਾਂ ਮੈਂ ਕਹਿ ਰਿਹਾ ਬਿਲਾ ਵਜ੍ਹਾ ਇੱਕ ਦੂਜੇ ਦੇ ਸਿੰਘ ਫਸਾਏ ਨੇ। ਅੱਧੇ ਕਹਿੰਦੇ ਨੇ ਬਾਲਮਿਕ ਸੀ ਜੀ, ਅਸੀਂ ਰਿਸਰਚ ਕਰ ਰਹੇ ਹਾਂ ਬਾਲਮਿਕ ਸੀ। ਦੂਜੇ ਆਂਦੇ ਨੇ ਵੀ ਨਾ ਇੰਜ ਦੀ ਕੱਚੀ ਗੱਲ ਕਰੋ ਜਿਹਦਾ ਤੁਹਾਡੇ ਕੋਲ ਸਬੂਤ ਕੋਈ ਨਹੀਂ ਹੈ, ਕੱਲ ਨੂੰ ਮਰਜ਼ਈਆਂ ਸਾਹਮਣੇ ਜ਼ਲੀਲ ਹੋਣਗੇ ਤੁਸੀਂ। ਸ਼ਾਹ ਸਾਹਿਬ ਮਾਜ਼ਰਤ ਨਾਲ ਮੈਨੂੰ ਤੇ ਇਹ ਹੀ ਵਿੱਚੋਂ ਸਮਝ ਆਇਆ ਰੌਲੇ ਤੋਂ ਕਿ ਸਾਡੇ ਅਹਿਲੇ ਹਦੀਸ ਭਾਈ ਨੇ ਜਿਹੜੇ ਉਹਨਾਂ ਦੇ ਉਲਮਾ ਦੀ ਥੋੜਾ ਜਿਹਾ ਰਿਸਪੈਕਟ ਹੁੰਦੀ ਹੈ ਜਿਸ ਟਾਈਮ ਅਸੀਂ ਆਈ ਦੀ ਗੱਲ ਕਰਨੇ ਆ। ਅੱਛਾ ਗੱਲ ਹੈ ਵੇ, ਸੁਣੋ ਜ਼ਰਾ, ਮੈਨੂੰ ਵੈਸੇ ਹਜੇ ਤੱਕ ਨਹੀਂ ਜੇ ਸਮਝ ਆਇਆ। ਮੈਂ ਚੂੰਕਿ ਇਸ ਨਏ ਗੁਫ਼ਤਗੂ ਪਹੁੰਚਿਆ ਤੇ ਵੱਲਾਹੂ ਆਲਮ ਕੀ ਡਿਸਕਸ਼ਨ ਹੋਈ ਹੈ ਜਾਂ ਕਿਹਦਾ ਇਖਤਲਾਫ ਹੋਇਆ ਜਾਂ ਕੀ ਪਾਰਟੀਬਾਜ਼ੀ ਹੋਈ, ਮੈਨੂੰ ਕੋਈ ਨਹੀਂ ਪਤਾ। ਰਿਹਾ ਗੱਲ ਹਵਾਲਾ,
ਹਵਾਲਾ ਤੇ ਇੱਕ ਅਰਸੇ ਤੇ ਅਸੀਂ ਪੇਸ਼ ਕਰਦੇ ਆ ਰਹੇ ਹਾਂ, ਔਰ ਸਾਬਕਾ ਉਲਮਾ ਨੇ ਵੀ ਆਪਣੀ ਕਿਤਾਬਾਂ 'ਚ ਨਕਲ ਕੀਤਾ ਹੈ, ਤੇ ਉਹਦੇ 'ਚ ਕੋਈ ਏਡੀ ਕੋਈ ਵੱਡੀ ਗੱਲ ਤੇ ਨਹੀਂ ਹੈ ਕੋਈ ਉਹਨੂੰ ਲੈ ਕੇ। ਤੇ ਨਾ ਹੀ ਤੇ ਉੱਥੋਂ ਕੋਈ ਵਹਾਬੀਅਤ ਤੇ ਸੁੰਨੀਅਤ ਤੇ ਸ਼ੀਅਤ ਕਿਸੇ ਦੀ ਕੋਈ ਤਜ਼ਲੀਲ ਨਹੀਂ ਹੁੰਦੀ, ਤੇ ਉਹਦੇ 'ਚ ਕੋਈ ਚੱਕਰ ਹੀ ਕੋਈ ਨਹੀਂ, ਤੇ ਮੈਨੂੰ ਨਹੀਂ ਸਮਝ ਆਉਂਦੀ। ਸਲਮਾਨ ਭਾਈ ਮੌਜੂਦ ਨੇ, ਕੋਈ ਹੈ ਕੋਈ ਮਸਲਾ ਹੈ, ਕੋਈ ਦੱਸੋ ਮੈਨੂੰ, ਮੈਂ ਸਾਹਮਣੇ ਮੌਜੂਦ ਹਾਂ। ਜੀ ਉਸਤਾਦ ਸਲਮਾਨ ਬਿਲਕੁਲ ਨਹੀਂ, ਕੋਈ ਇੰਜ ਦੀ ਗੱਲ ਨਹੀਂ ਸੀ। ਉਹ ਮੈਂ ਇਹਨਾਂ ਨੂੰ ਇਹ ਕਿਹਾ ਸੀ ਕਿ ਇਹ ਕਹਿੰਦੇ ਨੇ ਕਿ ਉਹ ਬਾਲਮੀਕ ਨਹੀਂ ਸੀ ਤੇ ਮਿਰਜ਼ਾ ਕਾਦੀਆਨੀ, ਤੇ ਉਹ ਮੁਸਲਮਾਨ ਸੀ, ਉਹਦੇ ਵਾਲਦੈਨ ਵੀ ਜਿਸ ਸਨ ਉਹ ਮੁਸਲਮਾਨ ਸਨ। ਠੀਕ ਹੈ, ਤਾਂ ਮੈਂ ਕਿਹਾ ਇਹਨਾਂ ਨੂੰ ਕਿਹਾ ਕਿ ਅਗਰ ਥੋੜੀ ਚਲੋ ਤਹਿਕੀਕ ਹੀ ਕਰ ਲੈਂਦੇ ਨੇ ਇਸ ਦੇ ਉੱਤੇ, ਤੇ ਤੁਸੀਂ ਜੇ ਉਸ ਦਿਨ ਅਹਿਮਦ ਅਲੀ ਦੀ ਬਰੋਡ ਤੇ ਆਏ ਤਾਂ ਮੇਰੇ ਖਿਆਲ ਗਾਲਿਬਨ ਸ਼ਾਇਦ ਅੱਛਾ, ਉਹ ਐ ਵੇ ਸਲਮਾਨ, ਗੱਲ ਐ ਵੇ ਕਿ ਡਿਬੇਟਰ ਦੀ ਮੁਨਾਜ਼ਰੇ ਦੀ ਫੀਲਡ ਦੇ ਵਿੱਚ ਇੱਕ ਮੁਨਾਜ਼ਰ ਦੀ ਗੱਲ ਕਰਨਾ ਕੋਈ ਹੋਰ ਅਹਿਮੀਅਤ ਰੱਖਦਾ ਹੈ, ਕਿਸੇ ਆਮ ਇਨਸਾਨ ਦਾ ਗੁਫ਼ਤਗੂ ਕਰਨਾ ਕੋਈ ਹੋਰ ਅਹਿਮੀਅਤ ਰੱਖਦਾ ਹੈ, ਕਿਸੇ ਹਵਾਲੇ ਦਾ ਆਮ ਇਨਸਾਨ ਦਾ ਪੜ੍ਹਨਾ ਕੋਈ ਹੋਰ ਅਹਿਮੀਅਤ ਰੱਖਦਾ ਹੈ। ਮੁਨਾਜ਼ਰੇ ਤੇ ਮੁਕਾਲਮੇ ਦੇ ਵਿੱਚ ਮੱਦੇ ਮੁਕਾਬਲ ਦੇ ਸਾਹਮਣੇ ਉਸ ਹਵਾਲੇ ਨੂੰ ਇੱਕ ਡਿਬੇਟਰ ਦਾ ਪੜ੍ਹਨਾ ਕੋਈ ਹੋਰ ਅਹਿਮੀਅਤ ਰੱਖਦਾ ਹੈ। ਮੁਕਾਲਮਾ ਕਹਿੰਦੇ ਨੇ ਯਾਨੀ ਲਫ਼ਜ਼ਾਂ ਦੀ ਗ੍ਰਿਫਤ ਲਫ਼ਜ਼ਾਂ ਦੇ ਉੱਤੇ ਹੁੰਦਾ ਹੈ, ਕਿਉਂਕਿ ਮੁਕਾਲਮਾ ਹੁੰਦਾ ਹੀ ਮੂੰਹ ਦੇ ਨਾਲ ਹੈ, ਜ਼ੁਬਾਨ ਦੇ ਨਾਲ ਹੈ। ਠੀਕ ਹੈ, ਤੇ ਮੁਨਾਜ਼ਰਾ, ਮੁਕਾਲਮਾ, ਮੁਬਾਹਸਾ ਅਲਫਾਜ਼ ਦੀ ਗ੍ਰਿਫਤ ਦਾ ਨਾਮ ਹੈ। ਦੋ ਬੰਦੇ ਹੁੰਦੇ ਨੇ ਆਮਨੇ ਸਾਹਮਣੇ, ਠੀਕ ਹੈ, ਤੇ ਫਰੀਕ ਅਵਲ ਨੇ ਫਰੀਕ ਸਾਨੀ ਨੂੰ ਦੇ ਅਲਫਾਜ਼ ਦੀ ਗ੍ਰਿਫਤ ਕਰਨੀ ਹੈ, ਫਰੀਕ ਸਾਨੀ ਨੇ ਫਰੀਕੇ ਅਵਲ ਦੇ ਅਲਫਾਜ਼ ਦੀ ਗ੍ਰਿਫਤ ਕਰਨੀ ਹੈ। ਉਹ ਇਹ ਗੱਲਾਂ ਨੇ। ਹਵਾਲੇ ਅਸੀਂ ਜਦੋਂ ਅੱਛਾ ਪੇਸ਼ ਕਰਨੇ ਆ ਨਾ, ਅਸੀਂ ਜਦੋਂ ਹਵਾਲੇ ਪੇਸ਼ ਕਰਨੇ, ਉਹ ਸਾਨੂੰ ਵੀ ਪਤਾ ਹੁੰਦਾ ਕਿ ਅਸਲ ਕੀ ਹੈ, ਉਹ ਮਾਮਲਾ ਤਾਂ ਹੈ ਕੀ ਨੇ। ਉਹ ਸਿਰਫ ਅੱਛਾ ਸ਼ਾਹ ਸਾਹਿਬ, ਤੁਸੀਂ ਮੱਦੇ ਮੁਖਾਲਫ ਨੂੰ, ਮੱਦੇ ਮੁਕਾਬਲ ਨੂੰ ਜ਼ੇਰ ਕਰਨ ਵਾਸਤੇ ਔਰ ਉਹਨੂੰ ਨੀਚਾ ਦਿਖਾਉਣ ਵਾਸਤੇ, ਉਹਨੂੰ ਸ਼ਿਕਸਤ ਦੇਣ ਵਾਸਤੇ, ਕਿਉਂਕਿ ਉੱਥੇ ਇੱਕ ਮੁਕਾਬਲਾ ਹੋ ਰਿਹਾ ਹੁੰਦਾ ਨਾ, ਮੁਕਾਬਲਾ, ਇੱਕ ਜੰਗ ਹੋ ਰਹੀ ਹੈ, ਜੰਗ ਦੀ ਸੂਰਤ ਹਾਲ ਹੈ, ਤੇ ਉਹ ਮਾਮਲੇ ਕੋਈ ਹੋਰ ਹੁੰਦੇ ਨੇ। ਤੇ ਉਹਦੇ ਤੋਂ ਫੜ ਕੇ ਫਿਰ ਆਪਣੇ ਮੁਸਲਮਾਨ ਜਾਂ ਆਪਣੇ ਦੋਸਤ ਕੋਈ ਹੋਰ ਹੀ ਇੱਕ ਚੀਜ਼ ਕੋਈ ਅਖਜ਼ ਕਰਨ, ਤੇ ਮੈਂ ਸਮਝਦਾ ਉਹ ਸਹੀ ਨਹੀਂ ਹੈ ਨਾ, ਇਲਮੀ ਤੌਰ ਤੇ ਉਹ ਚੀਜ਼ ਸਹੀ ਨਹੀਂ ਹੈ। ਹਾਂਜੀ ਜ਼ਿਆਰ ਸਾਹਿਬ। ਅੱਛਾ ਸ਼ਾਹ ਸਾਹਿਬ, ਮੈਂ ਇਹ ਅਰਜ਼ ਕਰਨਾ ਚਾਹੁੰਦਾ, ਤੁਸੀਂ ਥੋੜੀ ਜਿਹੀ ਕੋਈ ਨਸੀਹਤ ਕਰ ਦਿਓ। ਮਾਮਲਾ ਸਿਰਫ ਇੰਨਾ ਕੁ ਹੈ ਵੇ ਕਿ ਕੁਛ ਦੋਸਤ ਹੈ ਨੇ ਸਾਡੇ, ਉਹ ਇੱਕ ਨਵੀਂ ਰਿਸਰਚ ਆ ਉਹਨਾਂ ਦੀ, ਉਹ ਰਿਸਰਚ ਉਹਨੂੰ ਕਹਿ ਲਓ ਜਾਂ ਉਹਨਾਂ ਨੂੰ ਹਵਾਈ ਕਹਿ ਲਓ, ਹਵਾਈ ਛੱਡੀ ਕਿਸੇ ਨੇ ਜਾਂ ਜੋ ਵੀ, ਕਿ ਮਿਰਜ਼ਾ ਕਾਦੀਆਨੀ ਬਾਲਮਕ ਸੀ ਪਹਿਲੇ, ਮੁਰਤਦ ਮੈਨੂੰ ਹੋਣ ਤੋਂ ਬਾਲਮਕ ਪਹਿਲੇ ਤੇ ਨਾ। ਪਹਿਲੇ ਸਮਝਾ, ਬਾਲਮਕ ਹੁੰਦਾ ਕੀ ਮੈਂ ਏ? ਤੁਹਾਨੂੰ ਦੱਸ ਦਿੰਦਾ ਸਰ ਜੀ, ਬਾਲਮਕ ਇੰਝ ਹੀ ਸਮਝ ਲਓ ਜਿਵੇਂ ਹਿੰਦੂ ਨਹੀਂ ਬੁੱਤ ਪ੍ਰਸਤ ਹੁੰਦੇ, ਅੱਛਾ, ਵੀ ਇੱਕ ਆਮ ਬਾਲਮਕ। ਤਾਸੁਰ ਇਹ ਹੈ ਕਿ ਮਿਰਜ਼ਾ ਕਾਦੀਆਨੀ ਮੁਸਲਮਾਨਾਂ ਦੇ ਘਰ 'ਚ ਪੈਦਾ ਹੋਇਆ ਸੀ, ਪਹਿਲੇ ਇਸਲਾਮੀ ਤਾਲੀਮਾਤ ਸੀ ਜੀ, ਬਾਅਦ 'ਚ ਮੁਰਤਦ ਹੋ ਗਿਆ। ਉਹ ਕਹਿੰਦੇ ਨੇ ਨਹੀਂ, ਉਹ ਪਹਿਲੇ ਵੀ ਨਹੀਂ ਸੀ ਹੈ, ਉਹ ਪਹਿਲੇ ਤੋਂ ਹੀ ਹਿੰਦੂ ਸੀ, ਇੰਝ ਕਹਿ ਲਓ ਤੁਸੀਂ। ਠੀਕ ਹੋ ਗਿਆ ਜੀ। ਅੱਛਾ, ਹੁਣ ਇਹਦੇ ਵਿੱਚ ਮਸਲਾ ਇਹ ਆ ਸ਼ਾਹ ਸਾਹਿਬ ਕਿ ਜਿਨ੍ਹਾਂ ਉਲਮਾ ਕਰਾਮ ਸਾਡੇ ਸਾਰੇ ਵੱਡੇ ਬਜ਼ੁਰਗ ਨੇ, ਭਾਵੇਂ ਕੋਈ ਅਹਿਲੇ ਹਦੀਸ ਸੀ ਤੇ ਭਾਵੇਂ ਕੋਈ ਬਰੇਲਵੀ ਸੀ ਤੇ ਭਾਵੇਂ ਕੋਈ ਦਿਓਬੰਦੀ, ਸਾਰੇ ਸਿਰ ਦੇ ਤਾਜ ਨੇ ਜਿਨ੍ਹਾਂ ਨੇ ਖਤਮ ਨਬੂਵਤ ਦਾ ਕੰਮ ਕੀਤਾ, ਤੇ ਉਹਨਾਂ ਨੇ ਕੁਫਰ ਦਾ ਫਤਵਾ ਦਿੱਤਾ ਮਿਰਜ਼ਾ ਕਾਦੀਆਨੀ ਤੇ। ਇਹਦਾ ਮਤਲਬ ਇਹ ਹੈਗਾ ਕਿ ਅੱਜ ਕੋਈ ਬੰਦਾ ਉੱਠ ਕੇ ਹਵਾਈ ਛੱਡ ਦੇਵੇ ਤੇ ਉਹ ਫਿਰ ਉਹਨਾਂ ਉਲਮਾ ਤੇ ਵੀ ਤਾਂ ਹਰਫ ਆਂਦਾ ਨਾ, ਉਹਨਾਂ ਦੀ ਰਿਸਰਚ ਤੇ, ਉਹਨਾਂ ਦੀ ਤਹਿਕੀਕ ਤੇ, ਉਹਨਾਂ ਦੇ ਕੰਮ ਤੇ, ਕਿ ਉਹ ਤੇ ਬੰਦਾ ਪਹਿਲੇ ਹੀ ਹਿੰਦੂ ਸੀ ਤੇ ਹਿੰਦੂ ਤੇ ਕੁਫਰ ਦੇ ਫਤਵੇ ਦੇਈ ਜਾਂਦੇ ਸੀ। ਇੱਕ ਗੱਲ ਇਹ ਹੋ ਗਈ। ਦੂਜੀ ਗੱਲ ਇਹ ਹੋ ਗਈ ਆ ਕਿ ਇਹ ਗੱਲ ਤੇ ਹੈ, ਮੌਕਫ ਉਹਨਾਂ ਸਾਰੇ ਸਾਥੀਆਂ ਦਾ ਦਰੁਸਤ ਹੈ ਜਿਹੜੇ ਸਮਝਦੇ ਆ ਕਿ ਇਹਦੇ ਨਾਲ ਬਿਲਾ ਵਜ੍ਹਾ ਦੀ ਇੱਕ ਹਵਾਈ ਛੱਡ ਕੇ ਤੇ ਅਕਾਬਰੀਨ ਤੇ ਐਵੇਂ ਉਂਗਲ ਉਠਾਉਣ ਵਾਲੀ ਗੱਲ ਆ। ਦੂਜੀ ਗੱਲ ਇਹ ਹੈਗੀ ਆ ਕਿ ਮੈਂ ਇਹ ਕਹਿਣਾ ਵਾਂ ਕਿ ਵੇਖੋ, ਜਿਹੜੇ ਲੋਕ ਇੰਜ ਦਾ ਕੋਈ ਹਵਾਈ ਛੱਡ ਰਹੇ ਨੇ ਨਾ, ਮਰਜ਼ਈ ਆਪੀ ਉਹਨਾਂ ਕੋਲ ਪੁੱਛ ਲੈਣਗੇ ਪਹਿਲੇ, ਆਓ ਕਿੱਥੇ ਨੇ ਸਬੂਤ ਇਸ ਗੱਲ ਦੇ, ਝੂਠ ਬੋਲੀ ਜਾਂਦੇ ਹੋ। ਉਹ ਆਪੀ ਜ਼ਲੀਲ ਜ਼ਲੂਲ ਹੋ ਕੇ 4 ਦਿਨ ਤੇ ਉਹ ਆਪੀ ਰੁਕ ਜਾਣਗੇ। ਅਸੀਂ ਜੇ ਅਗਰ ਕਵਾਂਗੇ ਯਾਰ ਇਹ ਗਲਤ ਗੱਲ ਕਰ ਰਹੇ ਆ, ਫਲਾਣਾ ਬੰਦਾ ਝੂਠ ਬੋਲ ਰਿਹਾ ਜਾਂ ਗਲਤ ਗੱਲ ਕਰ ਰਿਹਾ, ਉਹਦੇ ਗੱਲ ਤੇ ਵਾਕਈ ਇੰਝ ਹੈ ਵੀ ਪਿੱਛੇ ਕੋਈ ਸਬੂਤ ਤੇ ਹੈ ਕੋਈ ਨਹੀਂ, ਐਵੇਂ ਹਵਾਈਆਂ ਨੇ, ਕੋਈ ਇਧਰੋਂ ਫੜ ਲਿਆ ਟੋਟਾ, ਕੋਈ ਉਧਰੋਂ ਫੜ ਲਿਆ ਟੋਟਾ।
ਮਰਜ਼ਈ ਜੋੜ ਤੋੜ ਲਾਉਂਦੇ ਨੇ ਬਾਲਮਿਕ ਸਾਬਕ ਕਰਨ ਵਾਸਤੇ। ਮੈਂ ਨਾ ਉਹਨਾਂ ਨੂੰ ਲੱਗੇ ਰਹਿਣ ਦਿਓ, ਜਿੱਥੇ ਲੱਗੇ ਨੇ ਤੁਸੀਂ ਚੁੱਪ ਕਰਕੇ ਆਪਣਾ ਕੰਮ ਕਰੋ। ਉਹਨਾਂ ਨੇ ਹਟਣਾ ਕੋਈ ਨਹੀਂ, ਤੇ ਬਿਲਾ ਵਜ੍ਹਾ ਉਹ ਇੱਕ ਨਵੀਂ ਪਾਰਟੀਬਾਜ਼ੀ 'ਚ ਬਣ ਜਾਏਗੀ। ਉਹ ਕਹਿਣਗੇ ਜੀ ਇਹ ਮਿਰਜ਼ੀਆਂ ਦੇ ਸਪੋਰਟਰ ਬਣ ਗਏ ਨੇ, ਅਸੀਂ ਮਿਰਜ਼ੇ ਨੂੰ ਹਿੰਦੂ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਕਹਿੰਦੇ ਨਾ ਹਿੰਦੂ ਨਾ ਸਾਬਤ ਕਰੋ, ਮੁਸਲਮਾਨ ਸਾਬਤ ਕਰੋ, ਇੰਝ ਦੀਆਂ ਗੱਲਾਂ ਕਰਨਗੇ। ਤੇ ਮੈਂ ਨਾ ਵੀ ਉਹਨਾਂ ਨੂੰ ਚੁੱਪ ਕਰਕੇ ਜਿਹੜੇ ਕੰਮ ਲੱਗੇ ਨੇ ਉਹ ਲੱਗੇ ਰਹਿਣ ਦੇ ਆਪੀ। ਇਹ ਵੇ ਕਿ ਇਹ ਕਰਸੇ ਤੂੰ ਆਜਜ਼ ਵੀ ਭੁਗਤ ਰਿਹਾ ਹੈ, ਹਜੇ ਤੱਕ ਮੈਂ ਭੁਗਤ ਰਿਹਾ, ਕਿਉਂਕਿ ਅਸੀਂ ਸ਼ੁਰੂ ਦਿਨ ਤੋਂ ਜਿਹੜਾ ਵੇ ਇਹ ਤਮਾਮ ਮੁਕਾਤਬੇ ਫਿਕਰ ਇਸ ਇੱਕ ਵੱਡੇ ਫਿਤਨੇ ਇਹਦੀ ਸਰਕੋਬੀ ਦੇ ਵਿੱਚ ਲੱਗੇ ਆ ਤੇ ਇੱਕ ਪਲੇਟਫਾਰਮ ਤੇ ਕੰਮ ਕਰ ਰਹੇ ਆ। बेचारों को कुछ आता जाता नहीं तरफ आ रहा था। उमूमन ना हमारे ਵੀ ਨਹੀਂ, ਮਤਲਬ ਮੈਂ ਆਜ਼ਾਦ ਆਦਮੀ ਹਾਂ ਤੇ ਇਸ ਵਜ੍ਹਾ ਤੋਂ ਮੈਨੂੰ ਇਹਦਾ ਕੁਝ ਬੈਨੀਫਿਟ ਹੈ ਵੇ ਕਿ ਮੈਂ ਹਮੇਸ਼ਾ ਤੋਂ ਆਜ਼ਾਦ ਰਿਹਾ ਵਾਂ ਤੇ ਕਿਸੇ ਦੇ ਕਦੇ ਦਬਾਅ ਦੇ ਵਿੱਚ ਆਇਆ ਹੀ ਨਹੀਂ। ਤੇ ਮਾਮਲਾ ਤਾਂ ਇਹ ਨੇ ਕਿ ਜਿਹੜੇ ਸੁੰਨੀ ਸ਼ੀਆ ਭਾਬੀ ਦਿਓਬੰਦੀ ਵਾਲੇ ਮਾਮਲੇ ਨੇ, ਸਭ ਨੂੰ ਪਤਾ ਹੈ। ਕਿਹਨੂੰ ਨਹੀਂ ਪਤਾ ਯਾਰ ਕਿ ਇਹ ਆਪਸ ਮਾਮਲਾਤ ਨੇ ਇਖਤਲਾਫ ਹੈ। ਉਹ ਭਾਈ ਇੱਕ ਕਾਇਦਾ ਕੁਲੀਆ ਵੇ ਕਿ ਵੇਖੋ ਦੋ ਉਜ਼ਰ ਜਦੋਂ ਇੱਕ ਜਗ੍ਹਾ ਤੇ ਇਕੱਠੇ ਹੋ ਜਾਣ ਨਾ, ਇਹ ਸ਼ਰਈ ਕਾਇਦਾ ਕੁਲੀਆ। ਦੋ ਉਜ਼ਰ ਇਕੱਠੇ ਹੋ ਗਏ ਨੇ ਤੇ ਅਗਰ ਤੁਹਾਨੂੰ ਚੁਣਾਵ ਕਰਨਾ ਪਏ ਕਿ ਕਿਹੜੇ ਉਜ਼ਰ ਨੂੰ ਮੈਂ ਲਵਾਂ ਤੇ ਛੋਟੇ ਉਜ਼ਰ ਨੂੰ ਤੁਸੀਂ ਲੈ ਲਵੋ, ਵੱਡੇ ਉਜ਼ਰ ਤੋਂ ਬਿਹਤਰ। ਇੰਝ ਹੀ ਸਮਝੋ ਕਿ ਜਿਵੇਂ ਡਾਕਟਰ ਕਹਿੰਦੇ ਨੇ ਕਿ ਇਹ ਉਂਗਲੀ ਅਗਰ ਤੇਰੀ ਨਾ ਕੱਟੀ ਤੇ ਤੇਰਾ ਪੁੱਤਰ ਬਾਜ਼ੂ ਕੱਟਣਾ ਪੈਣਾ ਤੇ ਫਿਰ ਉਂਗਲੀ ਕਟਵਾ ਲਵੋ ਤੇ ਬਾਜ਼ੂ ਨੂੰ ਬਚਾ ਲਵੋ। ਬਿਲਕੁਲ ਸਹੀ ਗੱਲ। ਉਹ ਬਾਤ ਹੈ ਵੇ ਕਿ ਦੇਖੋ ਤੁਹਾਡੇ ਮੱਦੇ ਮੁਕਾਬਲੇ ਵੱਡਾ ਦੁਸ਼ਮਣ ਕਾਦੀਆਨੀ, ਤੁਸੀਂ ਆਪਸ ਦੇ ਵਿੱਚ ਮਸਲਕੀ ਇਖਤਲਾਫ ਕਰੋਗੇ। ਹਾਲਾਂਕਿ ਉਹ ਇਖਤਲਾਫ ਤੁਹਾਡਾ ਬਜਾ ਹੈ, ਇਹ ਨਹੀਂ ਮੈਂ ਕਹਿੰਦਾ ਗਲਤ ਹੈ, ਬਿਲਕੁਲ ਬਜਾ ਹੈ, ਕਰ ਸਕਦੇ ਹੋ, ਲੇਕਿਨ ਇਹ ਮੌਕਾ ਨਹੀਂ ਹੈ। ਮੌਕੇ ਨੂੰ ਵੇਖੋ ਤੁਸੀਂ ਕਿ ਮੌਕਾ ਇਖਤਲਾਫ ਦਾ ਨਹੀਂ ਹੈ। ਅਮਨ ਜੀ ਭਾਈ ਤੁਸੀਂ ਮੌਜੂਦ ਹੋ ਇੱਥੇ? ਤੁਸੀਂ ਵੇਖੋ ਕਿ ਆਲਾ ਹਜ਼ਰਤ ਇਮਾਮ ਮੁਹੰਮਦ ਰਜ਼ਾ ਖਾਨ ਫਾਜ਼ਲੇ ਬਰੇਲਵੀ ਦੇ ਖਲੀਫਾ ਮਜਾਜ਼ ਨੇ ਮੌਲਾਨਾ ਅਬਦੁਲ ਅਲੀਮ ਮੇਠੀ ਸਾਹਿਬ, ਜਿਹੜੇ ਕਿ ਸ਼ਾਹ ਅਮਨ ਨੂਰਾਨੀ ਸਾਹਿਬ ਦੇ ਵਾਲਦੇ ਗਰਾਮੀ ਨੇ, ਔਰ ਮੌਲਾਨਾ ਸ਼ਾਹ ਅਮਨ ਨੂਰਾਨੀ ਕੱਟਰ ਬਰੇਲਵੀ, ਮਤਲਬ ਛੋਟੇ ਲੂਲੇ ਲੰਗੜੇ ਇੱਧਰ ਉੱਧਰ ਦੇ ਬਰੇਲਵੀ ਨਹੀਂ, ਕੱਟਰ ਬਰੇਲਵੀ। ਤੁਸੀਂ ਵੇਖੋ ਉਹ ਬਰੇਲਵੀ, ਕੱਟਰ ਬਰੇਲਵੀ ਔਰ ਬਰੇਲਵੀਆਂ ਦੇ ਘਰਾਣੇ ਦਾ ਖਲੀਫਾ, ਜਿਨ੍ਹਾਂ ਦੇ ਘਰ ਦੀ ਖਿਲਾਫਤ ਹੈ, ਉਹ ਸਭ ਦਿਓਬੰਦੀ ਵਾਬੀ ਸੁੰਨੀ ਸ਼ੀਆ ਨੂੰ ਇਕੱਠਿਆਂ ਕਰਕੇ ਉਹ ਅਸੈਂਬਲੀ ਦੇ ਵਿੱਚ ਲੈ ਕੇ ਗਏ। ਕਿਆ ਉਹਨਾਂ ਨੂੰ ਨਹੀਂ ਸਨ ਇਖਤਲਾਫ ਪਤਾ ਕਿ ਭਈਆ ਇਹ ਤੇ ਫਲਾਂ ਦੇ ਕਾਫਰ ਨੇ, ਜਿਹੜਾ ਮੇਰਾ ਨਾਲ ਦੀ ਸੀਟ ਤੇ ਬੈਠਾ ਹੈ ਇਹਦੇ ਉੱਤੇ ਤੇ ਕੁਫਰ ਦਾ ਫਤਵਾ ਲੱਗਾ। ਉਹ ਯਾਰ ਇਲਮੀ ਮਾਮਲੇ ਕੁਝ ਅਲੱਗ ਹੁੰਦੇ ਨੇ। ਇਹ ਵੇਖੋ ਨਾ ਹੁਣ ਅੱਜ ਕੱਲ੍ਹ ਵੀ ਉਹ ਮੌਲਾਨਾ ਜਿਹੜੇ ਵੱਡੇ ਲੋਕ ਨੇ ਨਾ, ਵੱਡੇ ਹੀ ਹੁੰਦੇ ਨੇ। ਉਹ ਮੁਫਤੀ ਮੁਨੀਬੁਰ ਰਹਿਮਾਨ ਸਾਹਿਬ ਨੇ, ਮੁਫਤੀ ਕੀ ਨਾਂ ਹੈ ਤਕੀ ਉਸਮਾਨੀ, ਔਰ ਇੰਜ ਦੇ ਲੋਕ ਉਹ ਇਲਮੀ ਵੱਡੀ ਇਲਮੀਆਂ ਮਜਲਸਾਂ ਦੇ ਵਿੱਚ ਇਕੱਠੇ ਹੁੰਦੇ ਨੇ, ਇੱਕ ਜਗ੍ਹਾ ਤੇ ਇਕੱਠੇ ਹੁੰਦੇ ਨੇ। ਤੇ ਉਹ ਅੱਜ ਕੱਲ੍ਹ ਵੀ ਇਹ ਮਸਲਾ ਛਿੜਿਆ ਵੇ। ਉਹ ਮੁਫਤੀ ਮੁਨੀਬੁਰ ਰਹਿਮਾਨ ਸਾਹਿਬ ਨੂੰ ਵੀ ਫੜ ਲਿਆ, ਮੁਫਤੀ ਮੁਸ਼ਾਹਦ ਹੁਸੈਨ ਸਾਹਿਬ ਨੇ, ਉਹਨਾਂ ਨੇ 2 3 4 ਪਤਾ ਨਹੀਂ ਵੀਡੀਓ ਬਣਾ ਤਰੀਆਂ। ਹਾਲਾਂਕਿ ਮਾਮਲਾ ਤਾਂ ਇਹ ਨੇ ਕਿ ਦੇਖੋ ਉਹ ਮਾਮਲੇ ਕੁਝ ਹੋਰ ਨੇ, ਕਿਆ ਉਹਨਾਂ ਨੂੰ ਨਹੀਂ ਪਤਾ? ਮੈਂ ਬਜ਼ਾਤੇ ਖੁਦ ਮੈਂ 2 ਦੌਰੇ ਹਦੀਸ ਕੀਤੇ ਨੇ ਜੀ, 2 ਦੌਰੇ ਹਦੀਸ ਕੀਤੇ ਨੇ। ਇੱਕ ਮੈਂ ਦੌਰਾ ਹਦੀਸ ਤੇ ਦਾਵਤ ਇਸਲਾਮੀ ਕੋਲੋਂ ਕੀਤਾ ਸੀ ਕਰਾਚੀਓਂ, ਤੇ ਦੂਸਰਾ ਦੌਰਾ ਹਦੀਸ ਮੈਂ ਮੁਫਤੀ ਮੁਨੀਬੁਰ ਰਹਿਮਾਨ ਦੇ ਮਦਰਸੇ ਤੋਂ ਕੀਤਾ ਸੀ। ਉਹ ਮੈਂ ਸਮਝਣਾ ਉਹ ਜਿੰਨੇ ਕੁ ਅਕਾਇਦ ਉਹ ਨਜ਼ਰੀਆਤ ਵਿੱਚ ਪੁਖਤਾ ਨੇ ਔਰ ਵੱਡੇ ਲੋਕ ਨੇ ਉਹ, ਤੇ ਉਹ ਵੇਖੋ ਜੀ ਉਹ ਵੀਡੀਓ ਬਣਾ ਤਰੀ, ਉਹ ਇੰਨੀ ਕੁ ਜੰਗ ਛਿੜੀ ਹੈ ਕਿ ਉਹ ਰੇ ਰੱਬ ਦਾ ਨਾ। ਇਹ ਕੋਈ ਮਾਮਲਾ ਤਾਂ ਇੰਝ ਬੰਦੇ ਨਹੀਂ,
ਬਈ ਜਿਹੜੇ ਤੁਹਾਡੇ ਮੁਕਾਤਬੇ ਫਿਕਰ ਦੇ ਆਪਸ 'ਚ ਮਾਮਲਾਤ ਨੇ ਉਹ ਹੈ ਨੇ ਉੱਥੇ ਹੀ ਨੇ, ਲੇਕਿਨ ਤੁਸੀਂ ਵੇਖੋ ਜਦੋਂ ਹੁਣ ਤੁਹਾਡਾ ਮੱਦੇ ਮੁਕਾਬਲ ਕਾਦੀਆਨੀ ਹੈ ਜਾਂ ਵੱਡਾ ਫਿਤਨਾ ਹੈ ਤੇ ਉਦੋਂ ਇਹ ਚੀਜ਼ਾਂ ਨੂੰ ਤਾਂ ਨਹੀਂ ਵੇਖਿਆ ਜਾਂਦਾ। ਤੁਸੀਂ ਵੇਖੋ ਇਹ ਹੁਣ ਇਸਰਾਈਲ ਤੇ ਉਹ ਜਿਹੜੀ ਉਹ ਜੰਗ ਛਿੜੀ ਸੀ ਤੇ ਉਹ ਹਿਜ਼ਬੁੱਲਾ ਤੇ ਉਧਰ ਉਹ ਹੁਣ ਮਕਤਬੇ ਫਿਕਰ ਦੇ ਇਤਬਾਰ ਨਾਲ ਉਹ ਸ਼ੀਆ ਨੇ ਤੇ ਉਦੋਂ ਤੇ ਤੁਸੀਂ ਸਾਰੇ ਹੀ ਤੁਸੀਂ ਬੋਲ ਰਹੇ ਸੋ, ਸਾਰੀ ਪੂਰੀ ਦੁਨੀਆ ਦੇ ਮੁਸਲਮਾਨ ਉਹਨਾਂ ਦੀ ਫੇਵਰ ਦੇ ਵਿੱਚ ਤੇ ਹਮਾਇਤ ਦੇ ਵਿੱਚ ਬੋਲ ਰਹੇ ਨੇ। ਉਦੋਂ ਤੁਹਾਨੂੰ ਫਿਰ ਮਕਤਬੇ ਫਿਕਰ ਨਹੀਂ ਯਾਦ ਆਇਆ ਹੈ? ਉਹ ਗੱਲਾਂ ਐ ਨੇ ਕਿ ਉਹ ਮਾਮਲੇ ਕੁਝ ਹੋਰ ਸਨ। ਜਦੋਂ ਅਕੀਦੇ ਦੀ ਗੱਲ ਹੋਏਗੀ ਕਿਸੇ ਪਲੇਟਫਾਰਮ ਤੇ ਉਦੋਂ ਫਿਰ ਕਿਹਾ ਜਾਏਗਾ, ਉਹ ਫਿਰ ਗੁਫ਼ਤਗੂ ਹੋਏਗੀ ਤੇ ਮੌਕੇ ਮਹੱਲ ਨੂੰ ਵੇਖਿਆ ਜਾਂਦਾ ਹੈ। ਜਜ਼ਬਾਤ ਹਰ ਜਗ੍ਹਾ ਨਹੀਂ ਚੱਲਦੇ ਤੇ ਜਜ਼ਬਾਤ ਵਹਾਓਗੇ ਤੇ ਆਪਣਾ ਹੀ ਨੁਕਸਾਨ ਹੋਣਾ ਭਾਈ, ਕਿਸੇ ਦਾ ਤਾਂ ਨਹੀਂ ਹੋਣਾ। ਉਹ ਇਹ ਵੇ ਕਿ ਅਕਸਰੀਅਤ ਤੁਹਾਨੂੰ ਰਿਜੈਕਟ ਕਰ ਦੇਗੀ, ਉਹ ਫਿਰ ਬੰਦਾ ਨਾ ਕੱਲਾ ਹੋ ਕੇ ਰਹਿ ਜਾਏਗਾ, ਕੱਲਮ ਕੱਲਾ ਹੀ ਉਹ ਫਿਰ ਘੁੰਮੀ ਜਾਏ ਭਾਈ, ਕੱਲਮ ਕੱਲਾ ਕੀ ਕਹਿ ਸਕਦੇ। ਤੇ ਮਹਾਜ਼ ਨੂੰ ਵੇਖਿਆ ਜਾਏ, ਮਹਾਜ਼ ਨੂੰ ਬਿਲਕੁਲ ਵੇਖ ਕੇ ਤੇ ਹਿਕਮਤ ਅਮਲੀ ਦੇ ਨਾਲ ਗੱਲ ਕੀਤੀ ਜਾਏ। ਹਿਕਮਤ ਅਮਲੀ ਮੋਮਨ ਕਾ ਗੁੰਮਸ਼ੁਦਾ ਖਜ਼ਾਨਾ ਹੈ। ਤੁਸੀਂ ਕਿਉਂ ਛੋਟੇ ਛੋਟੀਆਂ ਆਪਣੀਆਂ ਹਰਕਤਾਂ ਤੋਂ ਇਹਨਾਂ ਕਾਦੀਆਨੀਆਂ ਨੂੰ ਖੁਸ਼ ਕਰੋ ਬਈ ਹੈ? ਉਹ ਜਿਹੜੇ ਨਾ ਸਮਝ ਲੋਕ ਜਿਹੜੇ ਅਬਿਊਜ਼ਰ ਸਨ, ਗਾਲਾਂ ਕੱਢਦੇ, ਉਹਨਾਂ ਨੂੰ ਵੀ ਅਸੀਂ ਇਹੋ ਹੀ ਚੀਜ਼ਾਂ ਸਮਝਾਉਂਦੇ ਸਾਂ ਕਿ ਯਾਰ ਆਮਰ ਨਜ਼ੀਰ ਨੂੰ ਮੰਨ ਲਿਆ ਭਾਬੀ ਹੈ ਯਾਰ, ਮੰਨ ਲਿਆ ਤੁਹਾਡੇ ਅਕੀਦੇ ਦੇ ਮੁਤਾਬਕ ਕੁਫਰ ਕਾਫਰ ਬੰਦਾ ਹੈ, ਚੱਲ ਠੀਕ ਹੈ ਮੰਨ ਲੈਂਦੇ ਉਹ, ਲੇਕਿਨ ਇਹ ਵੀ ਤੇ ਵੇਖੋ ਤੁਹਾਡੇ ਵੱਡੇ ਦੁਸ਼ਮਣ ਨੂੰ ਜਿਹੜਾ ਜ਼ੇਰ ਕਰਦਾ ਹੈ ਪਿਆ, ਤੁਸੀਂ ਇਹ ਨਹੀਂ ਵੇਂਦੇ ਪਏ। ਉਹ ਕੀਦੇ ਦਾ ਹੀ ਇਖਤਲਾਫ ਹੈ ਨਾ, ਠੀਕ ਹੈ ਯਾਰ ਉਹ ਈਮਾਨੋ ਕੁਫਰ ਤੇਰੇ ਨਜ਼ਦੀਕ ਹੈ ਨਾ, ਲੇਕਿਨ ਤੂੰ ਇਹ ਤੇ ਵੇਖ ਨਾ ਇੱਕ ਉਹ ਵੱਡੇ ਤੁਹਾਡੇ ਜਿਹੜਾ ਦੁਸ਼ਮਣ ਹੈ ਉਹਨੂੰ ਜ਼ੇਰ ਬੰਦਾ ਕਰਦਾ ਹੈ ਪਿਆ ਤੇ ਉਹਨਾਂ ਦੀ ਗੱਲਾਂ ਉਹ ਸਮਝ ਨਹੀਂ ਆਈਆਂ ਤੇ ਉਹ ਵੇਖੋ ਨਾ ਕੱਲਮ ਕੱਲੇ ਹੀ ਹੋ ਕੇ ਰਹਿ ਗਏ, ਉਹਨਾਂ ਨੂੰ ਕੋਈ ਜਾਣਦਾ ਵੀ ਕੋਈ ਨਹੀਂ। ਤੇ ਆਮਿਰ ਨਜ਼ੀਰ ਸਾਹਿਬ ਨੂੰ ਅੱਲਾ ਨੇ ਇੱਜ਼ਤਾਂ ਤੋਂ ਲਵਾ ਦੇ, ਉਹਨਾਂ ਨੂੰ ਸਾਰੇ ਹੀ ਜਾਣਦੇ ਨੇ। ਉਹ ਇਹ ਗੱਲ ਹੈ ਨਾ, ਉਹ ਫਿਰ ਕੱਲਮ ਕੱਲਾ ਹੀ ਬੰਦਾ ਹੋ ਕੇ ਰਹਿ ਜਾਂਦਾ ਤੇ ਹਿਕਮਤ ਅਮਲੀ ਨਾਲ ਟੁਰੀਦਾ ਹੁੰਦਾ ਹੈ, ਜਜ਼ਬਾਤ ਹਰ ਜਗ੍ਹਾ ਨਹੀਂ ਚੱਲਦੇ। ਤੇ ਮੈਂ ਇੱਕ ਵਾਰੀ ਨਾ ਜਜ਼ਬਾਤ ਦੇ ਨਾਲ ਨਾ ਗੱਲ ਕੋਈ 5-7 ਸਾਲ ਹੋ ਗਏ ਜੇ ਤੇ ਮੈਂ ਇਹ ਲਫ਼ਜ਼ ਬੋਲੇ, ਮੈਂ ਕਿਹਾ ਮੈਂ ਤੇ ਉਹ ਸਨਾਉਲਾ ਅੰਮ੍ਰਿਤਸਰੀ ਨੇ ਜਿਵੇਂ ਧੋਤਾ ਸੀ ਮਿਰਜ਼ੇ ਕਾਦੀਆਨੀ ਨੂੰ, ਤੇ ਅਗਰ ਉਹ ਮੈਂ ਉਹਨਾਂ ਦੀ ਜ਼ਿੰਦਗੀ 'ਚ ਹੁੰਦਾ ਤੇ ਮੈਂ ਉਹਨਾਂ ਦੇ ਪੈਰ ਧੋ ਕੇ ਪੀਂਦਾ। ਇਹ ਲਫ਼ਜ਼ ਮੈਂ ਇੰਝ ਕਰਕੇ ਨਾ ਕੋਈ ਬੋਲੇ। ਚਲੋ ਉਹ ਨਾ ਉਹ ਦਿਨ ਜਾਏ ਤੇ ਅੱਜ ਦਾ ਦਿਨ ਆਏ। ਉਹ ਪੁਰਾਣੀਆਂ ਵੀਡੀਓ YouTube ਤੇ ਅਜੇ ਵੀ ਪਈਆਂ ਹੋਣਗੀਆਂ ਮੁਖਤਲਿਫ ਚੈਨਲਾਂ ਤੇ, ਬੜੇ ਬੜੇ ਫਤਵੇ ਮੁਫਤੀਆਂ ਦੇ ਮੇਰੇ ਤੇ ਲੱਗੇ ਜੀ, ਇਹ ਤੇ ਸੁਲਹ ਕੁੱਲੀ ਵਾਲਾ, ਇਹ ਤੇ ਬੰਦਾ ਹੀ ਨਹੀਂ ਜੈਸੇ, ਇਹ ਤੇ ਬੰਦਾ ਖੁਦ ਹੀ ਕਾਫਰ ਹੈ। ਮੈਂ ਕਿਹਾ ਠੀਕ ਹੈ ਬਾਈ, ਤੇ ਗੱਲਾਂ ਨੇ ਫਿਰ ਯਕੀਨ ਜਾਨੋ ਫਿਰ ਮੈਨੂੰ ਨਾ ਮਜਬੂਰ ਹੋ ਕੇ ਨਾ ਇਹਨਾਂ ਲੋਕਾਂ ਦਾ ਹੀ ਮੂੰਹ ਬੰਦ ਕਰਨ ਵਾਸਤੇ ਮੈਂ ਕਿਹਾ ਆਹੋ ਯਾਰ ਮੈਂ ਵਾਬੀ ਕਾਫਰ ਜੇ, ਕਾਫਰ ਨੇ ਦਿਓਬੰਦੀ ਵੀ ਕਾਫਰ ਨੇ, ਇਹ ਤੁਸੀਂ ਇਹੋ ਹੀ ਸੁਣਨਾ ਚਾਹੁੰਦੇ ਹੋ ਨਾ ਮੇਰੇ ਕੋਲੋਂ? ਐਲੋ ਮੈਂ ਕਹਿਣਾ ਜੇ ਪਿਆ ਇਹ ਸ਼ੀਆ ਵੀ ਕਾਫਰ ਜੇ, ਭਾਬੀ ਵੀ ਮੇਰੇ ਨਜ਼ਦੀਕ ਕਾਫਰ ਜੇ, ਦਿਓਬੰਦੀ ਵੀ ਕਾਫਰ ਜੇ, ਐਲੋ ਇਹ ਪਿਆ ਜੇ। ਕੀ ਸੁਣਨਾ ਕੀ ਚਾਹੁੰਦੇ ਹੋ? ਜੋ ਤੁਸੀਂ ਸੁਣਨਾ ਚਾਹੁੰਦੇ ਹੋ ਮੈਂ ਕਹਿ ਛੜਿਆ, ਹੁਣ ਤੇ ਖੁਸ਼ ਹੋ ਜਾਓ। ਤੇ ਗੱਲ ਇਹ ਵੇ ਕਿ ਜਿੰਨੇ ਕੁਝ ਵੀ ਨਹੀਂ ਨਾ ਕਰਨਾ ਉਹਨੇ ਸਿਰਫ ਗੱਲਾਂ ਹੀ ਕਰਨੀਆਂ ਹੁੰਦੀਆਂ ਤੇ ਬਸ ਅੱਲਾ ਪਾਕ ਹੀ ਹੈ ਵੇ, ਹੁਣ ਕੀ ਕਰ ਸਕਨੇ ਆ ਨਾ। ਦੁਨੀਆ ਸਾਨੂੰ ਕੁਝ ਅਸੀਂ ਕੁਝ ਕਰੀਏ ਤੇ ਫਿਰ ਵੀ ਤੁਸੀਂ ਜੀ ਕਿਉਂ ਕਰਦੇ ਹੋ ਪਏ, ਨਾ ਕਰੀਏ ਤੇ ਫਿਰ ਵੀ ਜੀ ਤੁਸੀਂ ਨਹੀਂ ਕਰਦੇ ਪਏ। ਦੁਨੀਆਦਾਰ ਨੂੰ ਤਾਂ ਨਹੀਂ ਤੁਸੀਂ ਚੁੱਪ ਕਰਾ ਸਕਦੇ। ਇਹ ਦੋਵੇਂ ਤਰਫਾ ਇਹਨਾਂ ਦੀ ਦਾਤਰੀ ਹੈ, ਦਾਤਰੀ ਇਹ ਦੋਵੇਂ ਸਾਈਡ ਤੋਂ ਵੱਢਦੇ ਨੇ। ਕੁਝ ਕਰੋਗੇ ਫਿਰ ਵੀ ਤੁਹਾਨੂੰ ਕਲਪਾਣਗੇ, ਨਾ ਕਰੋਗੇ ਫਿਰ ਵੀ ਕਲਪਾਣਗੇ। ਬੰਦਾ ਜਾਏ ਤੇ ਜਾਏ ਕਿੱਧਰ ਯਾਰ, ਕੀ ਕਰੀਏ। ਫਿਰ ਫਤਵੇ ਲੱਗ ਜਾਂਦੇ। ਅੱਜ ਫਿਰ ਮੈਂ ਜ਼ਖਮ ਮਰੇ ਘਰ ਛੱਡਣੇ, ਨਵਾਂ ਕੱਟਾ ਖੁੱਲ ਜਾਣਾ ਫਿਰ। ਅੱਛਾ ਮੁਫਤੀ ਸਾਹਿਬ, ਇਹ ਨਾ ਮਿਰਜ਼ਾ ਸਾਹਿਬ ਨੇ ਲਿਖਿਆ ਵੇ कि इस गरीब जमात का नाम इस वक्त बनी इसराइल रखा गया है, तो फिर मैं कह सकना मिर्जा यहूदी सी?
ਆ ਤੇ ਉਹ ਇਹ ਵੇਖੋ, ਇਹ ਅਬੂ ਬਕਰ ਹੈ, ਉਹ ਗੱਲਾਂ ਹੁੰਦੀਆਂ ਨੇ ਮੁਕਾਲਮੇ 'ਚ। ਜਦੋਂ ਤੁਹਾਡਾ ਮੁਕਾਲਮਾ ਕਿਸੇ ਕਾਦੀਆਨੀ ਦੇ ਨਾਲ ਟੁਰਿਆ ਹੋਏਗਾ ਨਾ, ਉਦੋਂ ਤੇ ਤੁਸੀਂ ਉਹਨੂੰ ਫੜਨਾ ਹੈ, ਇਹਨਾਂ ਦੇ ਲਫ਼ਜ਼ਾਂ ਨੂੰ ਫੜਨਾ ਹੈ, ਇਹਨਾਂ ਦੀਆਂ ਕਿਤਾਬਾਂ 'ਚ ਜੋ ਤੁਸੀਂ ਗ੍ਰਿਫਤ ਕਰਨੀ ਹੈ ਬਸ। ਭਾਈ ਇਸ ਟਾਈਮ ਤੇ ਅਸੀਂ ਬੈਠੇ ਹਾਂ ਨਿੱਜੀ ਤੌਰ ਤੇ ਆਪਣੇ ਆਪਸ 'ਚ ਬੈਠੇ ਹਾਂ ਨਾ, ਆਪਸ ਵਾਲੇ ਮਾਮਲੇ ਕੁਝ ਹੋਰ ਹੁੰਦੇ ਨੇ, ਮੁਕਾਲਮੇ ਦੇ ਮਾਮਲਾ ਦੀ ਕੁਝ ਹੋਰ ਹੁੰਦੇ ਨੇ, ਜ਼ਮੀਨ ਅਸਮਾਨ ਦਾ ਫਰਕ ਹੁੰਦਾ। ਇਹ ਗੱਲਾਂ ਨਾ, ਇਹ ਹੁਣ ਇਹ ਜਿਹੜਾ ਇਹ ਇੱਕ ਫਨ ਵੇ, ਮੁਨਾਜ਼ਰਾ ਇੱਕ ਫਨ ਵੇ, ਖਾਲਾ ਜੀ ਦਾ ਵਾੜਾ ਕੋਈ ਨਹੀਂ। ਤੇ ਉਹ ਮੁੰਡਿਆਂ ਨੂੰ ਤਰਬੀਅਤ ਨਹੀਂ, ਗੈਰ ਤਰਬੀਅਤ ਯਾਫਤਾ ਬੱਚੇ ਨੇ, ਇਹਨਾਂ ਨੂੰ ਪਤਾ ਹੀ ਕੋਈ ਨਹੀਂ ਉਸ ਫਨ ਦਾ। ਇਹ ਹਜੇ 4 ਦਿਨ ਮਾਰ ਖਾਣਗੇ, ਇਹ ਆਮਰ ਨਜ਼ੀਰ ਦੀ ਬਰਾੜ ਤੇ ਜ਼ਿਆ ਰਸੂਲ ਦੀ ਬਰਾੜ ਤੇ ਬਹਿਣਗੇ 4 ਦਿਨ, ਤੇ ਫਿਰ ਕਿਧਰੇ ਜਾ ਕੇ ਇਹਨਾਂ ਨੂੰ ਪਤਾ ਚੱਲੇਗਾ ਅੱਛਾ ਅੱਛਾ ਇਹ ਵੇ ਤਰੀਕਾਕਾਰ। ਹੁਣ ਵੇਖੋ ਨਾ, ਪੋਲਾ ਪੋਲਾ ਟੁਰਦੇ ਨੇ ਆਮਿਰ ਸਾਹਿਬ। ਪਹਿਲੇ ਕੋਈ ਕਾਦੀਆਨੀ ਆਏਗਾ, ਉਹਨੂੰ ਇੱਕ ਮੌਕਫ ਤੇ ਉੱਤੇ ਪਹਿਲੇ ਬੰਨਣਗੇ, ਉਹ ਵੱਜ ਜਾਂਦਾ ਜਦੋਂ ਉਹ ਹਾਮੀ ਭਰ ਲੈਂਦਾ ਅੱਛਾ ਗੱਲ ਇੰਜੀ ਹੈ, ਪਹਿਲੇ ਉਹਦੇ ਤੇ 5-10 ਮਿੰਟ ਟੋਰਨੇ, ਗੱਲ ਟੋਰ ਕੇ ਰੱਖਣੀ ਹੈ ਤਾਂ ਕਿ ਉਹ ਪੱਕਾ ਹੋ ਜਾਏ, ਬਿਲਕੁਲ ਹਿੱਲੇ ਨਾ ਇੱਧਰ ਉੱਧਰ। ਇੱਕਦਮ ਲਿਆਣਾ ਉਹਦਾ ਮੱਦੇ ਮੁਕਾਬਲ ਇੱਕ ਹੋਰ ਹਵਾਲਾ, ਉਹ ਹੱਕਾ ਬੱਕਾ ਰਹਿ ਜਾਂਦਾ। ਹੁਣ ਕੀ ਕਰੇ, ਇਹ ਸਾਡਾ ਤਰੀਕਾ ਯਾਰ, ਪੁਰਾਣਾ ਤਰੀਕਾ ਹੈ ਬਾਬਾ ਜੀ। ਅਸੀਂ ਬੰਦੇ ਨੂੰ ਪਹਿਲੇ ਬੰਨਣੇ ਆ ਇੱਕ ਜਗ੍ਹਾ ਤੇ ਤਾਂ ਕਿ ਹਿੱਲ ਨਾ ਪਾਏ। शाह साहब, मैं एक सवाल करना थी, अगर इजाजत हो तो। ਹਾਂ ਕਰ ਲਓ ਜੀ, ਤੁਸੀਂ ਨਾ ਰਹਿ सवाल ਜਾए। नहीं बल्कि रिक्वेस्ट करनी सी। मैं ना ਬਰਾੜ ਤੇ ਗਿਆ ਸਾਂ, ਇਸ ਤਰ੍ਹਾਂ ਦੀ ਡਿਪੀ ਲੱਗੀ ਸੀ ਤੇ ਉੱਦੇ ਗਿਆ ਵਾਂ ਤੇ ਮੈਂ ਕਦੇ ਕੋਸ਼ਿਸ਼ ਨਹੀਂ ਕੀਤੀ। ਆਮਰ ਭਾਈ ਨੇ ਬੇਸ਼ੱਕ ਅਹਿਲੇ ਹਦੀਸ ਨੇ, ਇਹਨਾਂ ਮੈਨੂੰ ਮਨਾ ਕੀਤਾ ਗਾਲਾਂ ਕੱਢਣ ਤੋਂ। ਤੇ ਉੱਥੇ ਗਿਆ ਤੇ ਕਾਸ਼ਫ ਚੌਧਰੀ ਸੀਨੀਅਰ ਨੇ ਉਹ, ਤੇ ਉਹਨਾਂ ਨੇ ਮੈਨੂੰ ਕਿਤਨੀ ਦਫਾ ਗਾਲਾਂ ਕੱਢੀਆਂ ਨੇ, ਤੇ ਤੁਸੀਂ ਅਗਰ ਉਹਨਾਂ ਨੂੰ ਸਮਝਾ ਦਿਓ ਪਰਸਨਲ ਵਿੱਚ ਤੇ। ਅੱਛਾ ਇਹ ਵੇ ਹਮਿਊਨਿਟੀ ਕਿ ਕਿਸੇ ਦੀ ਗੱਲ ਹੋਏ ਨਾ ਤੇ ਉਹ ਉਹੀ ਜ਼ਿੰਮੇਦਾਰ ਹੁੰਦਾ ਹੈ। ਅੱਜ ਤੇ ਦੌਰ ਉਹ ਵੇ ਕਿ ਬਾਪ ਦੀ ਗੱਲ ਦਾ ਬੇਟਾ ਜ਼ਿੰਮੇਦਾਰ ਨਹੀਂ, ਜੀ ਜੀ ਬੇਟੇ ਦੀ ਕਰਤੂਤ ਦਾ ਬਾਪ ਜ਼ਿੰਮੇਦਾਰ ਨਹੀਂ। ਸਮਝੇ ਕਿ ਨਹੀਂ? ਹਰ ਇੱਕ ਆਪਣੇ ਆਪਣਾ ਜਵਾਬ ਦੇਵੇ ਭਾਈ। ਤੇ ਗੱਲ ਐ ਵੇ ਕਿ ਡੀਪੀ ਸਾਡੀ ਕੋਈ ਲਾਏ 100 ਬਿਸਮਿਲ੍ਲਾ ਭਾਈ, 1000 ਬਿਸਮਿਲ੍ਲਾ, ਲੇਕਿਨ ਐ ਵੇ ਕਿ ਉਹ ਆਪਣੇ ਅਮਲ ਦਾ, ਆਪਣੇ ਫੇਲ ਦਾ ਖੁਦ ਜ਼ਿੰਮੇਦਾਰ ਹੈ। ਤੇ ਇਹ ਨਾ ਕੁਝ ਇੰਜ ਕੋਈ ਚੁਗਲੀ ਜਿਹੀ ਵੀ ਬਣਦੀ ਹੈ ਕੋਈ, ਤੇ ਇੰਜ ਪਿੱਛੇ ਪਰਦਾ ਗੱਲਾਂ ਕਰੀਦੀਆਂ ਵੀ ਨਹੀਂ। ਉਹ ਤੁਸੀਂ ਡਾਇਰੈਕਟ, ਉਹ ਬੰਦਾ ਬਹਿੰਦਾ ਖੁਦ ਕਾਸ਼ਫ, ਉਹਨਾਂ ਦੇ ਨਾਲ ਡਾਇਰੈਕਟ ਵੱਜੋ, ਉਹਨਾਂ ਕਹੋ ਜੀ ਇਹ ਮੈਨੂੰ ਤੁਹਾਡੇ ਤੋਂ ਸ਼ਿਕਵਾ ਹੈ। ਇਹ ਵੇ ਤਰੀਕਾਕਾਰ ਗੱਲ ਦਾ। ਜੀ ਮੈਂ ਸ਼ਾਹ ਸਾਹਿਬ ਗਿਆ ਸਾਂ ਤੇ ਮਤਲਬ ਕਾਫੀ ਵਾਰੀ ਕੋਸ਼ਿਸ਼ ਹਾਂ ਉਹਨਾਂ ਨਾਲ ਹੀ ਕਰਨਾ, ਇਹ ਮੇਰੇ ਨਾਲ ਨਹੀਂ, ਮੇਰੇ ਨਾਲ ਮੌਜੂ ਨਹੀਂ ਬਦਲਦਾ, ਇਹ ਉਹਨਾਂ ਨਾਲ ਹੀ ਕਰਨਾ। ਤੇ ਹਰ ਇੱਕ ਦਾ ਆਪਣਾ ਇੱਕ ਮਜ਼ਾਜ ਹੈ, ਆਪਣਾ ਤਰੀਕਾਕਾਰ ਹੈ, ਕੋਈ ਕਿਸੇ ਦਾ ਕੋਈ ਜ਼ਿੰਮੇਦਾਰ ਨਹੀਂ ਬਾਈ। ਅਸੀਂ ਬਹਿੰਦੇ ਹਾਂ 100 ਵਾਰੀ ਬਹਿੰਦੇ ਹਾਂ, ਆਮਿਰ ਨਜ਼ੀਰ ਨਾਲ, ਜ਼ਿਆ ਰਸੂਲ ਨਾਲ, ਹੈ ਦੀਗਰ ਸਾਰੇ ਤੇਰੇ ਨਾਲ ਵੀ ਤੇ ਬੈਠੇ ਹੀ ਆ ਨਾ। ਉਹ ਬਾਈ ਤੁਸੀਂ ਕੋਈ ਗਲਤ ਕੰਮ ਕਰੋ ਤੇ ਉਹਦਾ ਮੈਂ ਜ਼ਿੰਮੇਦਾਰ ਹਾਂ? ਮੈਂ ਕਿੰਜ ਜ਼ਿੰਮੇਦਾਰ ਹਾਂ ਬਾਈ? ਪੁੱਛੋ ਜਾ ਕੇ ਇਹਨਾਂ ਨੂੰ ਬੈਠੇ ਜੀ, ਕਿਆ ਤਰੀਕਾਕਾਰ ਹੁੰਦਾ। जी शाह साहब, अस्सलाम वालेकुम। आमिर भाई मौजूद हो? शाह साहब मौजूद ने, अमर भाई दीदी ने। अच्छा शाह साहब, मैं जरा ਇਹ ਪੁੱਛਣਾ ਸੀ ਕਿ ਜਿਹੜਾ ਮਿਰਜ਼ਾ ਦੀ ਤੇ ਪੀਰ ਮੇਰ ਅਲੀ ਸ਼ਾਹ ਸਾਹਿਬ ਦੀ ਗੱਲ ਮਨਾਜ਼ਰੇ ਲਈ, ਉਹ ਸਟਾਰਟ ਕਿੱਥੋਂ ਹੋਈ ਤੇ ਕੀ ਵਾਕਿਆ ਹੋਇਆ ਸੀ, ਉਹ ਜਰਾ ਬਿਆਨ ਕਰ ਦਿਓ। ਕਿਹੜੀ ਕਿਹੜੀ ਕਿਤਾਬ ਵਿੱਚ ਉਹਦੇ ਹਵਾਲੇ ਲੱਭ ਜਾਣਗੇ? ਮਤਲਬ ਉਹ ਜਿਹੜੀ ਮੁਬਾਹਲੇ ਦੀ ਸੂਰਤ ਬਣੀ ਸੀ ਮੁਨਾਜ਼ਰੇ ਦੀ, ਜੈ ਜੈ ਇਹ ਗੱਲ ਸਟਾਰਟ ਕਿੱਥੋਂ ਹੋਈ ਸੀ ਤੇ ਚੈਲੰਜ ਕਿਹਨੇ ਕੀਤਾ ਸੀ ਪਹਿਲੇ? ਚੈਲੰਜ ਤੇ ਜਿਹੜਾ ਸੀ ਉਹ ਪੀਰ ਮੇਹਰ ਅਲੀ ਸ਼ਾਹ ਸਾਹਿਬ ਨੇ ਕੀਤਾ ਸੀ, ਕਿਉਂਕਿ ਇਹਦੇ ਚੈਲੰਜ ਪਹਿਲੇ ਤੋਂ ਕਿਤਾਬਾਂ ਤੋਂ ਮੌਜੂਦ ਸਨ। ਠੀਕ ਹੈ ਕਿ ਕਿਉਂਕਿ ਇਹ ਮੁਨਾਜ਼ਰੇ ਇਸਲਾਮ ਮਸ਼ਹੂਰ ਹੋ ਗਿਆ ਸੀ ਨਾ, ਕਿ ਬੜੇ ਮੁਨਾਜ਼ਰੇ ਤੇ ਬੜੇ ਮੁਨਾਜ਼ਰੇ। ਤੇ ਫਿਰ ਪੀਰ ਮੇਹਰ ਅਲੀ ਸ਼ਾਹ ਸਾਹਿਬ ਲਾਹੌਰ ਇੱਕ ਤਕਰੀਰ ਤੇ ਗਏ ਸਨ, ਤੇ ਉੱਥੇ ਫਿਰ ਇਹਨਾਂ ਨੇ ਕਿਹਾ ਕਿ ਭਾਈ ਨਿਕਲ ਬਾਹਰ, ਅਗਰ ਤੂੰ ਹੈ ਮੈਂ ਕੁਝ ਤੇ ਤੋ ਇੰਜ ਦੀ ਕੋਈ ਸੂਰਤ ਹਾਲ ਬਣੀ ਸੀ। ਤੇ ਰਹੀ ਗੱਲ ਕਿਤਾਬਾਂ ਕਿਹੜੀਆਂ, ਤਾਂ ਉਹ ਕਿਤਾਬਾਂ ਨੈਟ ਤੋਂ ਸਰਚ ਕਰੋ ਮਿਲ ਜਾਣਗੀਆਂ ਤੁਹਾਨੂੰ, ਨਹੀਂ ਤੇ ਇਸ ਟਾਈਮ ਮੈਂ ਸਿਸਟਮ ਬੰਦ ਕੀਤਾ, ਨਹੀਂ ਤੇ ਮੇਰੇ ਕੋਲ ਵੀ ਕੋਈ ਫੋਲਡਰ ਬਣੇ ਨੇ ਤੇ ਉਹ ਮਿਲ ਜਾਣਗੇ। ਵੈਸੇ ਤੁਸੀਂ ਸੈਫੇ ਚਿਸ਼ਤੀਆਈ ਪੜ੍ਹ ਲਓ,
ਔਰ ਅੱਜ ਕੱਲ ਜਿਹੜੀ ਛਪੀ ਹੈ ਨਾ ਉਹਦੇ ਮੁਕੱਦਮੇ ਦੇ ਵਿੱਚ ਵੀ ਗੋਲੜਾ ਵਾਲਿਆਂ ਨੇ ਨਾ ਉਹ ਸਾਰੀ ਮੁਕੰਮਲ ਉਹ ਕਾਰਵਾਈ ਲਿਖੀ ਹੈ। ਜੀ ਇਹ ਸੈਫੇ ਚਿਸ਼ਤੀ ਦੇ ਮੁਕੱਦਮੇ 'ਚ ਲਿਖੀ ਹੈ ਸਾਰੀ ਗੱਲ। ਜੀ ਹਾਂ ਜੀ ਹਾਂ, ਨਵਾਂ ਐਡੀਸ਼ਨ ਜੀ। ਜਿਹੜਾ ਨਾ ਮੇਰੇ ਕੋਲ ਵੀ ਹੈ। ਕਿਹੜੀ ਗੱਲ? ਬੜੀ ਮਿਹਰਬਾਨੀ ਜੀ। ਕਿਹੜੀ ਗੱਲ? ਜ਼ਿਆ ਭਾਈ ਇਹ ਪੁੱਛਣੀ ਹੈ, ਕੱਲ ਨਾ ਮੇਰੀ ਡਿਸਕਸ਼ਨ ਹੋਈ ਹੈ ਕਾਫੀ ਜ਼ਿਆਦਾ ਨਾ ਹੁਸੈਨੀ ਸਾਹਿਬ ਦੀ ਬਰਾੜ ਦੇ ਨਾ, ਉਹ ਪੀਰ ਮੇਰ ਅਲੀ ਸ਼ਾਹ ਸਾਹਿਬ ਦਾ ਜਿਹੜਾ ਮਨਾਜ਼ਰਾ ਹੋਇਆ ਨਾ, ਜਿਹੜਾ ਚੈਲੰਜ ਕੀਤਾ ਡਾਕੂਮੈਂਟਰੀ ਗਿਆ। ਬਣਾ ਰਿਹਾ ਵਾਂ ਉਹਦੇ, ਮੈਂ ਪਹਿਲੀ ਐਪੀਸੋਡ ਤਕਰੀਬਨ 70-80% ਹੋ ਗਈ ਹੈ ਉਹਦੀ। ਉਹਦੇ ਵਿੱਚ ਹਰ ਸ਼ੈ ਡਿਟੇਲ ਨਾਲ ਤੁਹਾਨੂੰ ਮਿਲੇਗੀ, ਸਾਰੇ ਫਰਾਡ ਉਹਦੇ ਇਹ ਬਨ ਕਿਸਮ ਦੇ ਤੁਹਾਨੂੰ ਹਵਾਲਾ ਜਾਂ ਹਾਂ, ਉਹ ਨਾ ਉੱਥੇ ਜ਼ਰਾ ਨਾ ਬਸ ਜ਼ਬਾਨੀ ਕਰ ਰਹੇ ਸਨ, ਉਹ ਕਹਿ ਰਹੇ ਸਨ ਜੀ ਨਸ ਗਏ ਤੁਹਾਡੇ ਵੱਡੇ ਵਡੇਰੇ ਨਾ, ਬਾਰ-ਬਾਰ ਕਹਿ ਰਹੇ। ਸਾਹਿਬ ਰਿਕਾਰਡਿੰਗ ਲਾ ਲਓ ਤੇ ਉਕਾਬ ਆਇਆ ਜੇ ਤੇ ਫੜ ਲਓ ਮਿਰਜ਼ਾ ਨੂੰ ਤੇ ਉਹ ਜੋ ਸ਼ੁਰੂ। ਅੱਛਾ ਹਾਂਜੀ ਕਿਹੜਾ ਉਕਾਬ ਅਹਿਮਦ ਆਇਆ। ਉਹ ਚਿੜੀ ਉਕਾਬ ਗਈ ਥੀ। ਉਹ ਡਾਕੂਮੈਂਟਰੀ ਬਣ ਰਹੀ ਹੈ, ਇਨਸ਼ਾਅੱਲਾ ਉਹਦੀ ਪਹਿਲੀ ਐਪੀਸੋਡ ਕੱਲ ਜਾਂ ਪਰਸੋਂ ਆ ਜਾਏਗੀ, ਉਹ ਸਾਰੀ ਤੁਸੀਂ ਵੇਖਣਾ। ਇਹ ਤਾਂ ਐਡਾ ਵੱਡਾ ਇਹਨਾਂ ਦਾ ਕਾਲਕ ਮੱਲੀ ਹੈ ਮਿਰਜ਼ਈਆਂ ਦੇ ਮੂੰਹ ਦੇ ਵਿੱਚ ਤੇ ਮਿਰਜ਼ਾ ਕਾਦੀਆਨੀ ਨੇ ਕਿ ਜਿਹਦਾ ਹੱਦ ਹੀ ਕੋਈ ਨਹੀਂ। ਇਹਨਾਂ ਦੀ ਸਾਰੀ ਡਰਾਮੇਬਾਜ਼ੀ ਕੀ ਤਮਾਸ਼ਾ ਹੈ? ਪੀਰ ਅਲੀ ਮੇਰ ਅਲੀ ਸ਼ਾਹ ਨੇ ਕੀ ਕੀਤਾ ਹੈ? ਉਂਗਲ ਤੇ ਤੀਸਰੇ ਮਿਰਜ਼ੇ ਕਾਦੀਆਨੀ ਹੈਲੋ ਲੈ ਲੋ ਤੇਰੇ ਮੌਲਵੀ ਜੰਮਣ ਉਂਗਲ ਤੇ ਦੱਸੀਏ ਕੀ ਕੀਤਾ ਸੀ, ਦੱਸੀਏ ਕੀ ਕੀਤਾ ਸੀ ਜੀ। ਕਰਤਾ ਲੋਕਾਂ ਨੂੰ ਵੀਡੀਓ ਡਬਲਿੰਗ ਕਰਦਾ ਜੇ ਸ਼ਾਹ ਜੀ ਹੈ, ਇਹਨੂੰ ਦੂਸਰੇ ਤਰੀਕੇ ਨਾਲ ਫੜੋ। ਉਹ ਮੇਰੇ ਕੁੱਤੀ ਦੇ ਬੱਚੇ, ਮਿਰਜ਼ਾ ਕਾਦੀਆਨੀ ਕੁੱਤੀ ਦੇ ਬੱਚੇ यार इसका म्यूट म्यूट ना करो, म्यूट ना तबलीग करो, करो, ये ज्यादती ना करो, म्यूट ना करो, तबलीग करो, ਚੁੱਕਿਆ ਜੇ ਮਿਊਟ ਕਰਨਾ ਹੀ ਹੈ। ਦੱਸ तबलीग ਤਾਂ करो। ਉਹਦੇ ਆਵਾਜ਼ ਲਾ ਨਾ ਲੈ ਤੂੰ ਲੈਣ ਅੰਬ ਲੈਣ ਨੂੰ ਮੈਨੂੰ ਸੱਦਿਆ ਤਾਂ, ਜੇ ਤੂੰ ਮਿਊਟ ਕਰਨਾ ਮੈਨੂੰ ਅੰਬ ਲੈਣ ਨੂੰ ਸੱਦਿਆ ਹੀ ਤਾਂ। ਓਏ ਇੱਕ ਵਾਰੀ ਆਵਾਜ਼ ਲਾ ਲੈ ਲੈਣ ਤੋਂ ਲੋਹੇ ਤੋਂ। ਉਹ ਮਾਂ ਦੇ ਖਸਮਾ, ਜੇ ਤੇਰੇ 'ਚ ਇੰਨੀ ਜੁਰਤ ਨਹੀਂ ਹੈ ਗੱਲ ਸੁਣਨ ਦੀ, ਤੇ ਤਾਂ ਕਿਉਂ ਚੱਸੋ ਚੁੱਕਣਾ ਬੰਦੇ ਨੂੰ। ਹੁਣ ਜਿਹੜੇ ਬੰਦੇ ਹੁਣ ਚੁੱਪ ਕਰਕੇ ਪਏ, ਇਹ ਜਿਹੜਾ ਮੌਲਵੀ ਮੁਫਤੀ ਬਸ਼ਰ ਏ, ਇਹ ਭੈਣ ਚੋ ਝੂਠ ਮਾਰਨ ਡਿਆ। ਉਹ ਤੇ ਮੇਰ ਅਲੀ ਸ਼ਾਹ ਨੇ ਤੇ ਕਿਸੇ ਕਿਸਮ ਦੀ ਕੋਈ ਗੱਲ ਹੀ ਇਹਨਾਂ ਦੇ ਉਹ ਸੂਰਤ ਫਾਤਿਹਾ ਦੀ ਹਜ਼ਰਤ ਮਸੀਹ ਮਊਦ ਨੇ ਤਫਸੀਰ ਕੀਤੀ ਪਿਆਲਿਆਂ ਤੋਂ ਚੂਚੇ, ਇਹਨਾਂ ਨੇ ਛੱਪ ਵੀ ਨਹੀਂ ਕੀਤਾ। ਪੁਰਾਣੇ ਜੁੱਤੀਆਂ ਤੋਂ ਚੂਚੇ। ਕੀਰਾ ਬੱਚਾ ਬੱਚਿਆਂ ਦੀ ਬੁੰਡ ਮਾਰਦਾ, ਇੱਥੇ ਤਬਲੀਗ ਕਰਦਾ ਫਿਰਦਾ ਲੋਕਾਂ ਵਾਸਤੇ ਹੈ। ना मारा करो, इसकी बूंद ना मारो, ਓਏ ਮਿਰਜ਼ਾ ਸਾਹਿਬ ਨੂੰ ਇਹ ਆਦਤ ਨਹੀਂ ਸੀ, ਮਿਰਜ਼ਾ ਸਾਹਿਬ ਦੀ ਬੁੰਡ ਮਾਰਦਾ, ਇਹ ਲੋਕਾਂ ਨੂੰ ਤਬਲੀਗ ਕਰਦਾ ਫਿਰਦਾ। ਮਿਰਜ਼ਾ ਸਾਹਿਬ ਨੂੰ ਇਹੀ ਆਦਤ ਸੀ, ਉਹ ਕੁੱਤੇ ਜਿਹੀ ਉਹਨੇ ਕਿਹਾ ਸੀ ਦੁਨੀਆ ਦੇ ਉੱਤੇ। ਮਿਰਜ਼ੇ ਨੇ ਕਿਹਾ ਸੀ ਕਿ ਮੈਂ ਲਾਹੌਰ ਇਸ ਵਾਸਤੇ ਨਹੀਂ ਆਇਆ ਕਿ ਉੱਥੇ ਪਠਾਨ ਆਏ ਹੋਏ ਨੇ, ਤੇ ਮਿਰਜ਼ਾ ਵੀ ਇਸੇ ਵੇਲੇ ਡਰ ਗਿਆ ਸੀ। ਉਹ ਕਹਿੰਦਾ ਸੀ ਉੱਥੇ ਪਠਾਨ ਆਏ ਸੀ, ਮੈਂ ਤਾਂ ਨਹੀਂ ਆਇਆ। ਤੁਹਾਡਾ ਮਿਰਜ਼ਾ ਸਾਹਿਬ ਨੇ ਕਿਹਾ ਹੋਇਆ, ਇਸ਼ਤਿਹਾਰ ਉਹਨੇ ਦਿੱਤਾ, ਉਹਨੇ ਕਿਹਾ ਉੱਥੇ ਪਠਾਨ ਆਏ ਸੀ ਲਾਹੌਰ, ਤਾਂ ਮੈਂ ਨਹੀਂ ਆਇਆ। ਉਹਨੂੰ ਵੀ ਇਹੀ ਆਦਤ ਸੀ। ਵਾਲਾਂ ਤੋਂ ਚੂਚੇ, ਜੋਗਰ ਬੂਟਾਂ ਤੋਂ ਚੂਚੇ, ਪਲਾਸਟਿਕ ਦੀਆਂ ਖਾਲੀ ਬੋਤਲਾਂ ਤੋਂ ਚੂਚੇ, ਟੁੱਟੇ ਭੱਜੇ ਪਲਾਸਟਿਕ ਤੋਂ ਚੂਚੇ ਆ ਗਏ, ਗੋਲਡਨ ਚੂਚੇ ਆ ਗਏ, ਰੰਗ ਬਰੰਗੇ ਚੂਚੇ ਆ ਗਏ, ਵਾਲਾਂ ਤੋਂ ਚੂਚੇ, ਪੁਰਾਣੇ ਨਾਲੀ ਝੂਠੇ ਬਾਤਾਂ ਬਸ ਖੇਡਦਾ ਨਾਲੀ ਪਲਾਸਟਿਕ ਪੁਰਾਣੇ ਪਿੱਤਲ ਸਿਲਵਰ ਤੋਂ ਚੂਚੇ, ਅੱਡੀ ਵਾਲੀਆਂ ਜੁੱਤੀਆਂ ਜੋਗਰ ਬੂਟਾਂ ਤੋਂ ਚੂਚੇ ਆ ਗਏ, ਵਾਲਾਂ ਤੋਂ ਚੂਚੇ, ਪੈਸਿਆਂ ਤੋਂ ਚੂਚੇ, ਇਸ ਵਾਲਾਂ ਤੋਂ ਚੂਚੇ, ਲੋਹੇ ਤੋਂ ਚੂਚੇ, ਲੈਲਨ ਤੋਂ ਚੂਚੇ, ਸੁੱਕੀਆਂ ਰੋਟੀਆਂ ਤੋਂ ਚੂਚੇ, ਕਾਪੀਆਂ ਕਿਤਾਬਾਂ ਦੀ ਰੱਦੀ ਤੋਂ ਚੂਚੇ, ਅੱਡੀ ਵਾਲੀਆਂ ਜੁੱਤੀਆਂ ਤੋਂ ਚੂਚੇ ਆ ਗਏ, ਵਾਲਾਂ ਤੋਂ ਚੂਚੇ, ਪੁਰਾਣੇ ਪਿੱਤਲ ਸਿਲਵਰ ਤੋਂ ਚੂਚੇ, ਪੈਸੇ ਆ ਗਏ, ਵਾਲਾਂ ਤੋਂ ਚੂਚੇ, ਜੋਗਰ ਬੂਟਾਂ ਤੋਂ ਚੂਚੇ, ਪਲਾਸਟਿਕ ਦੀਆਂ मैं उस टाइम ਦਾ ਕਾਲ पे ਪਾਣਾ ਹੈ, ਮੇਰੀ ਜਗ੍ਹਾ ਨਹੀਂ ਸੀ ਬੰਦੀ ਵੀ ਹੈ, ਤੇ ਫਿਰ ਜਦੋਂ ਯੂਸਫੀ ਭਾਈ ਨੇ ਬੋਲਿਆ ਤੇ ਮੈਂ ਕਿਹਾ ਕੱਟ ਸੁਣਨਾ। ਮੈਂ ਖਿਆਲ ਸਾਹਿਬ ਹੁਣੀ ਤਾਜ਼ਾ ਡਿਬੇਟ ਕਰਕੇ ਆਏ ਨੇ ਇੱਥੋਂ। ਇੱਕ ਮਿੰਟ ਪਹਿਲੇ ਮੈਨੂੰ ਦੱਸੇ ਵਾਲਾਂ ਤੋਂ ਚੂਚੇ ਕਿਹੜਾ ਹੁੰਦਾ? ਬਾਲ ਕੀ ਟਿੰਡ ਕਰਾ ਕੇ ਵੀ ਚੂਚੇ ਮਿਲਦੇ ਨੇ? ਉਹ ਮਿਰਜ਼ੇ ਦੇ ਵਾਲ ਨਹੀਂ ਪਏ ਹੋਣੇ ਯਾਰ। ਉਹ ਕੀ ਨਾ ਉਹ ਚੂਚਾ ਜਿਹੜਾ ਆਇਆ ਸੀ ਆ ਨਾ ਯਾਰ, ਉਹ ਜਿਹੜੀ ਇਜਾਜ਼ੁਲ ਮਸੀਹ ਸੀ ਉਹਦੇ ਉੱਤੇ ਮੁਕਾਲਮਾ ਕਰੀਏ। ਉਹ ਮਿਰਜ਼ੇ ਕਾਦੀਆਨੀ ਨੇ ਤੂੰ ਕਹਿੰਦਾ ਪਿਆ ਸੂਰਤ ਫਾਤਿਹਾ ਦੀ ਅਰਬੀ ਚ ਤਫਸੀਰ ਲਿਖੀ ਸੀ। ਆ ਨਾ ਮੇਰਾ ਪੁੱਤਰ, ਕੋਈ ਹੋਰ ਕਾਦੀਆਨੀ ਬੈਠਾ ਤੇ ਆ ਜਾਓ ਬਈ। ਇਹ ਕਿਤਾਬ ਮੈਂ ਹੁਣੇ ਹੀ ਕਿਤਾਬ ਖੋਲ ਲੈਣਾ ਵਾ, ਇਜਾਜ਼ੁਲ ਮਸੀਹ ਸਾਹਮਣੇ ਰੱਖ ਲੈਣਾ ਵਾ ਤੇ ਉਹਦੇ ਉੱਤੇ ਮੁਕਾਲਮਾ ਕਰਨੇ ਆ। ਮਿਰਜ਼ੇ ਕਾਦੀਆਨੀ ਨੇ ਕਿਹਾ ਸੀ ਕਿ ਹਾਜ਼ਾ ਕਿਤਾਬ ਬੀ ਫਸੀਹੁਨ ਬਲੀਗੁਨ
मलीहुन। मेरी ये जो किताब है बड़ी फसी बलीग और मली है। मैं कहना वा ਉਹਦੀ ਇੱਕ ਇੱਕ ਲਾਈਨ ਦੇ ਉੱਤੇ ਇੱਥੇ ਡਿਸਕਸ ਕਰਨੇ ਆ। ਉਹਦੀ ਇੱਕ ਲਾਈਨ ਵੀ ਠੀਕ ਨਹੀਂ ਹੈ। ਆ ਜੋ ਕੋਈ ਹੈ ਵੇ ਕੋਈ ਇਲਮੀ ਕਿਤਾਬੀ ਕਾਦੀਆਨੀ ਤੇ ਆਓ ਗੱਲ ਕਰੋ। ਸੁਭਾਨ ਅੱਲਾ। ਇਹਨੂੰ ਕਹਿੰਦੇ ਨੇ ਚੈਲੰਜ, ਇਹਨੂੰ ਕਹਿੰਦੇ ਨੇ ਚੈਲੰਜ। ਇੱਕ ਲਫ਼ਜ਼ ਦੇ ਉੱਤੇ ਗੁਫ਼ਤਗੂ ਕਰਨ ਵਾਸਤੇ ਸਾਡੇ ਉਲਮਾ ਤਿਆਰ ਨੇ। ਹੈ ਜੁਰਤ ਤੇ ਆਓ। ਉਹ ਯਾਰ ਯੂਸਫੀ ਉਹਦੇ ਫਰੰਟ ਪੇਜ ਹੈ ਨਾ ਜਿੱਥੇ ਜਿਹੜਾ ਫਰੰਟ ਬਿਲਕੁਲ ਜਿੱਥੇ ਨਾਮ ਲਿਖਿਆ ਕਿਤਾਬ ਦਾ, ਉਸ ਫਰੰਟ ਪੇਜ ਤੇ ਸਾਹਮਣੇ ਵਾਲਾ ਪਹਿਲਾ ਪੇਜ ਜਿਹੜਾ ਹੈ ਉਹਦੇ ਉੱਤੇ 10 ਫਾਸ਼ ਅਗਲਾਤ ਨੇ ਅਰਬੀ ਦੀਆਂ। 10 ਫਾਸ਼ ਅਗਲਾਤ ਵੱਡੀਆਂ ਵੱਡੀਆਂ। ਆਂਦਾ ਪਿਆ ਜੀ ਉਹਨੇ ਅਰਬੀ ਦੀ ਤਫਸੀਰ। ਉਹ ਵਿਚਾਰੇ ਨੂੰ ਲਿੱਤਰ ਪਏ ਨੇ। ਪਹਿਲੇ ਉਹਨੇ ਨਾ ਬੜੇ ਰਸ਼ੀਦ ਰਜ਼ਾ ਦੇ ਜਨਾਬ ਬੜੇ ਤਾਰੀਫਾਂ ਦੇ ਪੁੱਲ ਬਣ ਛੜੇ ਜੀ। ਰਸ਼ੀਦ ਰਜ਼ਾ ਜ਼ਿੰਦਾਬਾਦ, ਰਸ਼ੀਦ ਰਜ਼ਾ ਜੀਵੇ ਹੀ ਜੀਵੇ। रशीद रज़ा वर्गी अरबी को बोल ही नहीं सकता दुनिया से। रशीद रज़ा अल मीनार रिसाले का एडिटर, ओहो हो कहता है मैं उसको अपनी किताब चेक करवाऊंगा। पहले उन्हें ना अपनी साबका किताबा चौदियाँ ना तरीफा के पुल बन छड़े। होया कि मिर्जे कादियानी ने अरबी का छोटा जिहा रसाला लिख के ते ओदे ना मिस्र भेजिया रशीद रज़ा कोल कि ताकि पूरी दुनिया दे विच ना ओदा बड़ा नाम सी उस टाइम। ते इन्हें क्या कि चल मेरी किताब नूं पढ़ के कोई तारीफ दे पुल बन देगा, कोई तकरीर वगैरह लिख देगा ते मेरे नंबर टंगे जाएंगे, मैं पीर मेरे अली नूं झूठा साबित करांगा ते ये करांगा। लो जी रशीद रज़ा कोल जदों रसाला पहुंचदा है इजाजुल मसीह, उन्हें ना ਉਹ ਨਾ ਤੁਹਾਨੂੰ पता है जो पेपर चेक करी दे ने ते लाल गोल दायरा उस्ताद ला देंदे ने चैकर जिहड़ा हुंदा है कि यह गलत है। उन्हें ना पूरी किताब नूं लालो लाल कर छड़िया। हाँ जी यह भी गलत, यह भी गलत, यह भी गलत। आखिर ते उन्हें जिहड़ा कमेंट पास किया ना, उन्हें कहा ए किहड़े पागल दे पुत्र ने यह किताब लिखी है, एदे तू ते कोई 70 गुना बेहतर ते मेरा पहली क्लास का जो जिहड़ा बच्चा है ना वो ले सकता है। ते ओ जनाब मिर्जे कादियानी ने यह गल्लां अपनी किताब च भी फिर लिखियां ने। अच्छा बाद च मिर्जे ने ओ गाल कड्डी रे रब दा ना तेरी भैन दी तेरी मां दी, तेनू कौन कहंदा कि तू बड़ा वड्डा फसीहो बलीग है, तेनू ते अरबी आउंदी कोनी ते तेरा की जांदा सी, तू 2 लफ्ज मेरी तारीफ दे विच लिख ही दिंदा। बड़ी गाला कड्डिया ओए आंदा फिर बाद च मेहने तेने देना शुरू कर दे। हाँ मेहने बड़े यूसफी मैं ना आंदा तू ते गूंगा है ते तू फलां दे फलां दे बाग दे विचों तू कोई एक अद्धा फल ही ले लेंदा, मुराद ऐ सी कि कोई एक अद्धी तारीफ ही कर दिंदा है। तेरे कोल कोई लफ्ज़ ही कोनी, तेनू तू कोई एक अद्धा फल भी नहीं लिया। ऐ पई जे फसाहतो बलागत है जी, फसाहतो बलागत। फ्रंट पेज ते की लिखिया होया सर जी, ऐ सुनो जरा, मरज़ई भी सुन ले नेड़े हो के। उत्ते उन्हें लिखिया होया वमा नहनु इल्ला कल जुहाल। ऐ तर्जमा दस दे जी। वो कहता मैं बहुत वड्डा जाहल हाँ, असी बहुत वड्डे जाहल हाँ। व इन्ना अकररना, उस तो पिछली लाइन च व इन्ना अकररना, इकरार करते हैं हम। नहीं ये गल है वे ज़ियारसुल ओदा फ्रंट पेज ते ना मैं वीडियो बनाइयां ने, पुरानियां वीडियो बनाइयां ने ते एक साडा इलम पढ़ाया जांदा है, इल्मे बलागत, इल्मे बदी हुंदा है, इल्मे बयान हुंदा है, इल्मे फसाहत हुंदी है, इल्मे बलागत हुंदी है। ते ओ हुण ए फन बड़ा मुश्किल जिहा फन है। ए इल्मे चारे अलूम नूं मद्दे नज़र रख के अरबी इबारत नूं परखना ए कोई खाला जी दा वाड़ा नहीं। उन्हें फसाहतो बलागत दियां इन्नियां गलतियां कीतियां ने रे रब दा ना। हुण वेखो चलो एक मोटी जी गल तुहानूं समझाना, सब नूं समझ आ जाएगी कि फसीह कलाम ओ हुंदा है कि
ਕਲਾਮ ਐਸਾ ਹੋਣਾ ਚਾਹੀਦਾ ਉਹਦੇ 'ਚ ਜਿਹੜੇ ਅਲਫਾਜ਼ ਤੁਸੀਂ ਲੈ ਕੇ ਆਓ ਉਹ ਸਭ ਨੂੰ ਸਮਝ ਆਉਂਦੇ ਹੋਣ, ਯਾਨੀ ਕਸੀਰੁਲ ਇਸਤੇਮਾਲ ਕਲਿਮਾਤ। ਤੇ ਜੇ ਅਗਰ ਐਸੇ ਆਪਣੇ ਜੁਮਲੇ ਦੇ ਵਿੱਚ ਤੁਸੀਂ ਐਸੇ ਅਲਫਾਜ਼ ਲੈ ਕੇ ਆਏ ਹੋ ਕਿ ਜਿਹੜੇ ਕਲੀਲੁਲ ਇਸਤੇਮਾਲ ਨੇ, ਅਰਬੀ ਦੇ ਵਿੱਚ ਸ਼ਾਜ਼ ਨੇ, ਉਹ ਬਹੁਤ ਕਲੀਲ ਇਸਤੇਮਾਲ ਹੁੰਦੇ ਨੇ, ਤੇ ਉਹ ਕਲਾਮ ਫਸਾਹਤ ਤੋਂ ਹਟ ਜਾਂਦਾ ਹੈ। ਉਹ ਕਲਾਮ ਫਸੀਹ ਨਹੀਂ ਰਹਿੰਦਾ, ਉਹ ਕਲਾਮ ਬਲੀਗ ਨਹੀਂ ਰਹਿੰਦਾ। ਤੇ ਮਿਰਜ਼ੇ ਮੈਂ ਨਾ ਉਹ ਆ ਸ਼ਾਮਿਲਾ ਖੋਲ ਕੇ ਨਾ ਤੇ ਮੈਂ ਲੋਕਾਂ ਨੂੰ ਦੱਸਿਆ, ਮੈਂ ਕਿਹਾ ਇਹਨੇ ਇਹ ਲਫ਼ਜ਼ ਇਸਤੇਮਾਲ ਕੀਤਾ ਹੈ ਤੇ ਇਹ ਪੂਰੀ ਆ ਸ਼ਾਮਿਲਾ ਦੇ ਵਿੱਚ ਇਹਨੂੰ ਸਰਚ ਕਰਨੇ ਆ, ਜਿਹਦੇ ਵਿੱਚ 18,000 ਕਿਤਾਬ ਅਰਬੀ ਦੀ, 18,000। ਤੇ ਉਹ ਜਨਾਬ ਨਤੀਜਾ ਨਿਕਲਿਆ ਜੀ, ਇਹ ਪੂਰੀ 18,000 ਕਿਤਾਬ ਦੇ ਵਿੱਚ ਕੋਈ 6 ਵਾਰੀ ਇਹ ਕਲਮਾ ਇਸਤੇਮਾਲ ਹੋਇਆ ਜੀ। ਮੈਂ ਕਿਹਾ ਇਹਦੇ ਮੱਦੇ ਮੁਕਾਬਲ ਫਸੀਹ ਕਲਮਾ ਇਹ ਸੀ, ਉਹਨੂੰ ਹੁਣ ਅਸੀਂ ਸਰਚ ਕਰਨੇ ਆ। ਜਦੋਂ ਉਹਨੂੰ ਸਰਚ ਕੀਤਾ ਤੇ ਉਹ ਪਤਾ ਨਹੀਂ 18,000 ਉਹਦਾ ਨਤਾਇਜ ਬਰਾਮਦ ਹੋ ਗਏ। ਚਲ ਤੇ ਫਸਾਹ ਤੋਂ ਬਲਾਗਤ ਦੀਆਂ ਇਹਦੀਆਂ ਗਲਤੀਆਂ, ਫਿਰ ਸਰਫੋ ਨਾਹਵ ਦੀਆਂ ਗਲਤੀਆਂ, ਮਾਜ਼ੀ ਦੀ ਜਗ੍ਹਾ ਤੇ ਮੁਜ਼ਾਰੇ ਦਾ ਸੀਗਾ ਆਇਆ, ਮੁਜ਼ਾਰੇ ਦੀ ਜਗ੍ਹਾ ਮਾਜ਼ੀ ਆਈ ਹੈ, ਤੇ ਕਿਧਰੇ ਮਜਹੂਲ ਆਇਆ ਤੇ ਕਿਤੇ ਮਾਰੂਫ ਲਿਆਂਦਾ ਸੂ, ਹਾਂਜੀ, ਕਿਧਰੇ ਖਬਰ ਨੂੰ ਮੁਕੱਦਮ ਕਰ ਛੜਿਆ ਸੂ, ਮੁਬਤਦਾ ਨੂੰ ਮੁਅੱਖਰ ਕਰ ਛੜਿਆ ਸੂ, ਹਾਲਾਂਕਿ ਉੱਥੇ ਉਹ ਬੰਦੀ ਗਈ ਨਹੀਂ, ਪਤਾ ਹੀ ਕੋਈ ਨਹੀਂ। ਅਜੀਬੋ ਗਰੀਬ। ਇਹਨੇ ਅਸਲ 'ਚ ਨਾ ਇਹ ਕਾਪੀ ਕਰਨ ਦੀ ਆਦਤ ਸੀ ਇਹਨੂੰ। ਇਹ ਅਰਬੀ ਇਬਾਰਤਾਂ ਪੜ੍ਹਦਾ ਸੀ ਤੇ ਉਹਦੇ ਲਫ਼ਜ਼ਾਂ ਦੇ ਜੋੜ ਤੋੜ ਕਰਕੇ ਨਾ ਤੇ ਔਖੇ ਔਖੇ ਲਫ਼ਜ਼ ਲੈ ਕੇ ਆਉਂਦਾ ਸੀ ਤੇ ਇਬਾਰਤਾਂ ਬਣਾਉਂਦਾ ਸੀ, ਲੇਕਿਨ ਉਹਦੇ ਕੋਲ ਇਬਾਰਤ ਬਣਦੀ ਨਹੀਂ ਸੀ। ਸੋ ਇਹ ਗੱਲਾਂ ਨੇ, ਇਹ ਇਜਾਜ਼ੁਲ ਮਸੀਹ ਜੇ ਜੀ, ਹਾਂਜੀ, ਤੇ ਬੜੇ ਰੌਲਾ ਪਾਇਆ ਜੀ। इस जैसी किताब को तैयार कर ही नहीं सकता। लो वो मैं क्या जहालत का की जवाब है यार, जहालत का पता। वो वाकई तू सही नारे मारे ने कि ਇਹਦੀ जैसी कोई भी मसील कोई नहीं है, ਇਹਦੇ जैसी कोई किताब है ही नहीं, वाकई कोई नहीं। ਅੱਛਾ ਮੁਫਤੀ ਸਾਹਿਬ, ਜਿਹੜਾ ਤੁਸੀਂ ਹੁਣੇ ਇਲਾਮਾ ਰਸ਼ੀਦ ਰਜ਼ਾ ਦਾ ਨਾਂ ਲਿਆ ਹੈ, ਉਹਨਾਂ ਦੇ ਬਾਰੇ 'ਚ ਕਿਧਰੇ ਇਹਨਾਂ ਤਾਂ ਹੀ ਤੇ ਨਹੀਂ ਉਹ ਇਲਜ਼ਾਮ ਲਾਇਆ ਕਿ ਉਹ ਹਯਾਤੇ ਮਸੀਹ ਵਫਾਤੇ ਮਸੀਹ ਦੇ ਕਾਇਲ ਸਨ? ਇਹ ਗੁੱਸਾ ਕਿਵੇਂ ਕੱਢਿਆ? ਨਹੀਂ ਨਹੀਂ ਗੁੱਸਾ ਨਹੀਂ, ਉਹ ਵਾਕਈ ਸੀ, ਉਹ ਸੀ ਰਸ਼ੀਦ ਰਜ਼ਾ। ਰਸ਼ੀਦ ਰਜ਼ਾ ਅਸਲ ਦੇ ਵਿੱਚ ਇਹ ਉਹ ਵਾਲੀ ਕੰਪਨੀ ਹੈ, ਸਰ ਸੈਦ ਵਾਲੀ ਕੰਪਨੀ। ਹਾਂ ਸਰ ਸੈਦ ਵਾਲੀ ਕੰਪਨੀ ਸੀ ਨਾ, ਤੇ ਯਾਨੀ ਕਿ ਉੱਥੋਂ ਦੇ ਲਿਤਰ ਖਾਦੇ ਨੇ ਨਾ। ਜੀ 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 ਹਾਂ। ਤੇ ਉਹ ਜਿਹੜੀ ਸਰ ਸੈਦ ਤੋਂ ਮੁਤਾਸਰ ਸਨ ਨਾ ਜਿਹੜੇ ਕੁਝ ਉਲਮਾ, ਤੇ ਉਹ ਉਹਨਾਂ ਦੇ ਵਿੱਚੋਂ ਇੱਕ ਰਸ਼ੀਦ ਰਜ਼ਾ ਵੀ ਸੀ। ਚਲੋ ਅੱਛਾ ਹੋਇਆ, ਕਲੀਅਰ ਹੋ ਗਿਆ ਮੈਨੂੰ ਜੀ। ਲੇਕਿਨ ਨਾ ਮੈਨੂੰ ਯਾਦ ਪੈਂਦਾ ਵੇ ਕਿ ਰਸ਼ੀਦ ਰਜ਼ਾ ਦੇ ਕੁਝ ਐਸੇ ਰਸਾਲੇ ਮੇਰੇ ਕੋਲ ਨਾ ਫੋਲਡਰ ਕੋਈ ਬਣੇ ਹੈ, ਉਹਦੇ ਅਸੀਂ ਸਾਬਕਾ ਜਦੋਂ ਇਹਦਾ ਮੌਕਫ ਬਾਅਦ ਚੋਂ ਪਤਾ ਨਹੀਂ ਬਦਲਿਆ ਸੀ, ਤੇ ਉਹਦੇ ਇਬਤਦਾਈ ਜਿਹੜੇ ਰਸਾਲੇ ਸਨ ਨਾ ਅਲ ਮਿਨਾਰ ਦੇ, ਤੇ ਉਹਨਾਂ ਦੇ ਵਿੱਚੋਂ ਅਸੀਂ ਹਯਾਤੇ ਮਸੀਹ ਦਾ ਅਕੀਦਾ ਕੱਢਿਆ ਹੋਇਆ। ਉਹ ਮੈਨੂੰ ਲੱਗਦਾ ਹੈ ਅਗਰ ਤਲਾਸ਼ ਕਰੀਏ ਤੇ ਲੱਭ ਜਾਏਗਾ। ਤੇ ਇਹਦਾ ਆਖਰੀ ਅਕੀਦਾ ਬਹਰਾਲ ਜਿਹੜਾ ਸੀ ਉਹ ਸ਼ਾਇਦ ਵਫਾਤੇ ਮਸੀਹ ਦਾ ਹੀ ਅਕੀਦਾ ਸੀ। ਚਲੋ ਤਲਾਸ਼ ਕਰ ਲੈਂਦੇ ਆ ਫਿਰ। ਅੱਲਾਹੁ ਅਕਬਰ, ਅੱਲਾਹੁ ਠੀਕ ਹੋ ਗਿਆ ਯਾਰ ਬਵੋ ਫਿਰ। ਹੈਂ ਤੇ ਤੁਹਾਡੇ ਤੇ ਇਲਾਕਿਆਂ ਦੇ ਵਿੱਚ ਜਿਹੜਾ ਵੇ ਟਾਈਮ ਕਿਧਰੇ ਘੱਟ ਹੁੰਦਾ, ਕਿਧਰੇ ਇਸ਼ਾ ਦਾ ਟਾਈਮ, ਕਿਧਰੇ ਮਗਰਬ ਦਾ ਟਾਈਮ, ਕਿਧਰੇ ਦੁਪਹਿਰ ਦਾ ਕੋਈ ਟਾਈਮ ਹੈ, ਤੇ ਲੇਕਿਨ ਸਾਡੇ ਜਿਹੜਾ ਨਾ ਉਹ ਟਾਈਮ ਬੜਾ ਅੱਗੇ ਟੁਰ ਗਿਆ ਹੁੰਦਾ। ਸ਼ਾਹ ਜੀ ਮੈਂ ਇੱਕ ਵੀਡੀਓ ਵੇਖਦਾ ਸੀ ਪੈ ਤੁਹਾਡੇ ਚੈਨਲ ਵਾਲੂ, ਤੇ ਉੱਥੇ ਕਾਦਿਆਨੀ ਮਤਲਬ ਲੈਂਦੇ ਨੇ। ਵਾਕਈ ਇਹ ਲਾਨਤ ਇਸ ਤਰ੍ਹਾਂ ਦੀ ਕੋਈ ਵੀਡੀਓ ਸੀ, ਤੇ ਲਾਨਤ ਇੱਕ ਦੁਆ ਹੈ ਇਸ ਤਰ੍ਹਾਂ ਕਰਕੇ ਕੋਈ? ਹਾਂਜੀ ਲਾਨਤ ਇੱਕ ਦੁਆ ਹੈ। ਹਾਂਜੀ कैसी लानत है मतलब है? ਉਹ ਨਾ ਅਸਲ 'ਚ ਵੀਡੀਓ ਵੇ ਮੈਨੂੰ ਆਮਿਰ ਨਜ਼ੀਰ ਭਾਈ ਨੇ ਸ਼ਾਇਦ ਭੇਜੀ ਸੀ, ਤੇ ਉਹ ਕਹਿੰਦਾ ਕਿ ਇਹਦਾ ਨਾਂ ਮੁਫਤੀ ਮੁਬਸ਼ਰ ਕਾਲੂ,
ਉਹਦੀ ਵੀਡੀਓ ਵੇ MTA ਚੈਨਲ ਦੀ। ਉਹ ਆਂਦਾ ਜੀ ਲਾਨਤ ਇੱਕ ਦੁਆ ਹੈ। ਯਾਨੀ ਫਿਰ ਅਸੀਂ ਭੇਜ ਸਕਨੇ ਆ ਮਿਰਜ਼ਾ ਕਾਦੀਆਨੀ ਤੇ ਜਾਲ ਤੇ ਲਾਨਤਾਂ? ਨਹੀਂ, ਕਿਉਂ ਨਹੀਂ ਭੇਜ ਸਕਦੇ? ਦਿਨ ਰਾਤ ਭੇਜਿਆ ਕਰੋ ਲਾਨਤ ਬੇਸ਼ੁਮਾਰ ਮਿਰਜ਼ੇ ਕਾਦੀਆਨੀ ਤੇ। ਅੱਛਾ ਯਾਰ ਬਵੋ ਫਿਰ। ਤੇ YouTube ਚੈਨਲ ਖਤਮੇ ਨਬੂਵਤ ਟਾਈਮਸ ਤੇ ਭਾਈ ਪਾਕਿਸਤਾਨੀ ਟਾਈਮ ਦੇ ਮੁਤਾਬਕ 8 ਵਜੇ ਤੋਂ ਲੈ ਕੇ ਤਕਰੀਬਨ 11-12 ਵਜੇ ਤੱਕ ਹੀ ਕੋਈ ਲੰਬੀ ਬਰਾੜ ਚੱਲਦੀ ਏ। ਤੇ ਉੱਥੇ ਵੀ ਕੋਸ਼ਿਸ਼ ਕਰਿਆ ਕਰੋ, ਆਇਆ ਕਰੋ ਭਾਈ। ਤੇ ਅੱਜ ਵੀ 2-3 ਢਾਏ ਚੜ ਗਏ ਸਨ ਕਾਦੀਆਨੀ ਤੇ ਬੜਾ ਮਜ਼ਾ ਹੈ ਤੇ ਬੜੀ ਜ਼ਬਰਦਸਤ ਗੁਫ਼ਤਗੂ ਹੋਈ ਏ। ਬਲਕਿ 2-3 ਐਥੀਇਸਟ ਵੀ ਆਏ ਸਨ, ਇੱਕ ਹਿੰਦੂ क्या इन फितनों को देखकर आपका दिल नहीं टूटता? क्या आप दुख नहीं महसूस करते कि उम्मते मुसलमान, उम्मते मुहम्मदिया कितनी दूर जा रही है और ये फितने सर उठा रहे हैं और इन फितनों के अंदर ये उम्मते मुसलमान गिर रही है। हम एक जामिया बना रहे हैं, जामिया खत्म नबूवत, जिसके अंदर तकाबले अदयान और मज़ाहब की तालीम दी जाएगी। नो मुस्लिमीन को दावत दी जाएगी कि वो आके हमारे पास पढ़ें, जहाँ पर लड़कों को भी तालीम दी जाएगी और लड़कियों को भी तालीम दी जाएगी। ऐसे उलमा और स्कॉलर तैयार किए जाएंगे कि जो गैर मुसलमानों के उठाए गए एतराजात के जवाब दे सकेंगे। जामिया खत्म नबूवत की अराजी खरीदनी है वो, और 2 कनाल जगह जनाब आप की मुंतजिर है और मुखय्यर हजरात की मुंतजिर है कि मुखय्यर हजरात तवज्जो फरमाएं और कम अज कम ये जगह सबसे पहले हम खरीद लें, इसके बाद उसकी तमीरात के मराहल होंगे। तो अभी ये ज़कात निकालने के अयाम है, रजब, शबान और रमज़ान। तो दोस्तों से गुजारिश है कि अपनी ज़कातें कम अज़ कम जो हैं ये जामिया खत्म नबूवत को दें। ये तो ज़कात तो आपके ऊपर फ़र्ज़ है, आपने निकालनी ही निकालनी है। अपने रिज़्क़े हलाल में से भी आप निकाल के ये जामिया की जो अराजी हमने खरीदने की कोशिश की है और ऐलान किया है, इसके अंदर हमारी मदद करें। अल्लाह हज़रत फाज़िल बरेलवी ने अपना 10 नकाती एजेंडा पेश किया था, जिसके अंदर सबसे पहले ही उन्होंने चीज ये रखी कि ऐसे अजीमुशान मदारस खोलो कि जो उम्मत मुसलमान के अकायद और नजरियात की हिफाजत कर सकें। तो अल्लाह हज़रत फाज़िल बरेलवी के इस ख्वाब को आप लोगों ने पूरा करना है और जामिया खत्म नबूवत बनना चाहिए। और इसके बनाने के अंदर मुखय्यर हज़रात से मैं अपील करता हूँ कि इसकी तरफ तवज्जो फरमाएं और कम अज कम ये जगह पहले ले लें, इसके बाद तमीरात की कैंपेन हम चलाएंगे। इस प्रोग्राम में शरीक मेहमान और कॉल करने वालों की आरा, मौक़िफ़ और ख़यालात उनके अपने ज़ाती हैं और ज़रूरी नहीं कि वो हमारे चैनल और टीम के ख़यालात, आरा और मौक़िफ़ की अक्कासी करें। हम किसी दूसरे फ़र्द की आरा और मौक़िफ़ के ज़िम्मेदार नहीं। ताजदारे खत्म नबूवत जिंदाबाद जिंदाबाद। लब्बैक 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 या खातमन नबिय्यीन सल्लल्लाहु अलैहि वालैहि वसल्लम। ताजदारे खत्म नबूवत जिंदाबाद जिंदाबाद। लब्बैक 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 या खातमन नबिय्यीन सल्लल्लाहु अलैहि वालैहि वसल्लम। ताजदारे खत्म नबूवत जिंदाबाद जिंदाबाद।